स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। मैं हरप्रीत सिंह ਤੁਸੀਂ देख रहे हो गिलको प्रेजेंट्स विचार तकरार। जून का महीना ਜਦੋਂ भी आता है पूरी दुनिया ਦੇ ਵਿੱਚ ਵਸਦੇ ਨਾਨਕ ਨਾਮ लेवा ਸਿੱਖਾਂ ਦੇ ਹਿਰਦੇ ਇੱਕ ਵਾਰ ਫਿਰ ਤੋਂ ਵਲੂੰਦਰੇ ਜਾਂਦੇ ਨੇ। जून के महीने ਦੇ ਵਿੱਚ जो कुछ होया, जो जून 1984 ਦੇ ਵਿੱਚ ਹੋਇਆ, ਉਸ ਦਾ ਦਰਦ, ਉਸ ਦੀ ਟੀਸ ਹਲੇ ਵੀ ਸਿੱਖ ਮਨਾਂ ਦੇ ਵਿੱਚ ਹੈਗੀ ਹੈ। ਜਦੋਂ ਵੀ 6 ਜੂਨ ਦਾ ਦਿਨ ਆਉਂਦਾ ਹੈ ਤੇ ਜਦੋਂ ਕੌਮ ਦੇ ਨਾਮ ਸੰਦੇਸ਼ ਜੱਦਾਰ ਸਾਹਿਬ ਦਿੰਦੇ ਨੇ ਔਰ ਜਿਸ ਸ਼ਬਦਾਵਲੀ ਦੇ ਵਿੱਚ, ਜਿਸ ਭਾਸ਼ਾ ਤੇ ਮਰਿਆਦਾ ਦੇ ਵਿੱਚ ਉਹ ਸੰਬੋਧਨ ਕਰਦੇ ਨੇ, ਉਹ ਇੱਕ ਵਾਰ ਸਿੱਖਾਂ ਦੇ ਮਨਾਂ ਨੂੰ ਹਿਲਾ ਕੇ ਜ਼ਰੂਰ ਰੱਖ ਦਿੰਦਾ ਹੈ। ਤੇ ਕੌਮ ਦੇ ਨਾਮ ਤੇ ਸੰਦੇਸ਼ ਦਿੰਦਿਆਂ ਜਦੋਂ ਉਹ ਅਗਵਾਈ ਕਰਦੇ ਨੇ ਤਾਂ ਇਦਾਂ ਲੱਗਦਾ ਕਿ ਹਾਂ ਸਾਨੂੰ ਉੱਠ ਖੜੇ ਹੋਣਾ ਚਾਹੀਦਾ। ਹੁਣ ਉਹ ਵਕਤ ਆ ਗਿਆ ਜਦੋਂ ਘਰਾਂ ਤੋਂ ਬਾਹਰ ਨਿਕਲਣਾ ਪਏਗਾ। ਜਥੇਦਾਰ ਸਾਹਿਬਾਨ ਨੇ ਹਾਲ ਹੀ ਦੇ ਵਿੱਚ ਜੋ ਬਿਆਨ ਦਿੱਤਾ, ਅੱਜ ਵੀ ਜਿਹੜਾ ਕੌਮ ਦੇ ਨਾਮ ਸੰਦੇਸ਼ ਦਿੱਤਾ, ਉਸ ਤੋਂ ਪਹਿਲਾਂ ਵੀ ਜਿਹੜਾ ਇੱਕ ਬਿਆਨ ਦਿੱਤਾ ਸੀਗਾ, ਉਸ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਗਏ ਕਿ ਜਥੇਦਾਰ ਸਾਹਿਬ ਇੱਕ ਅਜਿਹੀ ਪਦਵੀ ਤੇ ਬੈਠੇ ਨੇ, ਇੱਕ ਅਜਿਹੇ ਅਹੁਦੇ ਤੇ ਬੈਠੇ ਨੇ, ਉਹਨਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਜੋ ਸਮਾਜ ਦੇ ਵਿੱਚ ਇਤਫਾਕ ਪੈਦਾ ਕਰਦੇ ਹੋਣ, ਜੋ ਸਮਾਜ ਦੇ ਵਿੱਚ ਅਜਿਹਾ ਮਾਹੌਲ ਕ੍ਰੀਏਟ ਕਰਦੇ ਹੋਣ ਜਿਸ ਦੇ ਨਾਲ ਸ਼ਾਇਦ ਕੁੜਤਣ ਵਾਲਾ ਕੋਈ ਮਾਹੌਲ ਪੈਦਾ ਹੋ ਸਕਦਾ। ਪਰ ਦੂਜੇ ਪਾਸੇ ਜਵਾਬ ਇਹ ਆਉਂਦਾ ਹੈ ਕਿ ਜੇਕਰ ਤੁਸੀਂ ਸਾਡਾ ਧਰਮ ਪੜਿਆ ਹੋਵੇ, ਜੇਕਰ ਤੁਸੀਂ ਸਾਡਾ ਸਿੱਖ ਫਲਸਫਾ ਦੇਖਿਆ ਹੋਵੇ ਤਾਂ ਸ਼ਾਇਦ ਅਜਿਹਾ ਕੋਈ ਸਵਾਲ ਕੀਤਾ ਹੀ ਨਹੀਂ ਜਾਣਾ ਚਾਹੀਦਾ। ਜੂਨ 1984 ਦੇ ਘੱਲੂਘਾਰੇ ਦੌਰਾਨ ਜੋ ਸਾਕਾ ਨੀਲਾ ਤਾਰਾ ਵਾਪਰਿਆ, ਉਸ ਦੀਆਂ ਕਈ ਮਿੱਥਾਂ ਨੇ, ਕਈ ਤਕਰੀਰਾਂ ਨੇ ਜਿਹੜੀਆਂ ਵਾਰ-ਵਾਰ ਦਿੱਤੀਆਂ ਜਾਂਦੀਆਂ ਨੇ ਕਿ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ। ਇੱਕ ਧਿਰ ਜਿਹੜੀ ਸਿੱਧੇ ਤੌਰ ਤੇ ਜ਼ਿੰਮੇਵਾਰ ਨਜ਼ਰ ਆਉਂਦੀ ਹੈ ਉਸ ਵੇਲੇ ਦੀ ਕੇਂਦਰ ਸਰਕਾਰ। ਸ਼ਾਇਦ ਹੀ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਅਜਿਹਾ ਕਦੇ ਕੁਝ ਹੋਇਆ ਹੋਵੇ ਕਿ ਆਪਣੇ ਹੀ ਮੁਲਕ ਦੇ ਵਿੱਚ ਆਪਣੇ ਹੀ ਬਸ਼ਿੰਦਿਆਂ ਦੇ ਉੱਤੇ ਟੈਂਕਾਂ ਤੇ ਤੋਪਾਂ ਦੇ ਮੂੰਹ ਖੋਲ ਦਿੱਤੇ ਗਏ ਹੋਣ। ਬੜੇ ਸਾਰੇ ਲੋਕ ਇਹ ਕਹਿੰਦੇ ਨੇ ਕਿ ਉਸ ਵਕਤ ਮੌਜੂਦਾ ਜਿਹੜੀ ਸੂਬੇ ਦੀ ਸਰਕਾਰ ਸੀ ਉਹਦਾ ਵੀ ਕਿਤੇ ਨਾ ਕਿਤੇ ਕੋਈ ਵੱਡਾ ਹੱਥ ਸੀਗਾ, ਜਾਂ ਬੜੇ ਸਾਰੇ ਅਫਸਰ ਸੀਗੇ, ਉਹਨਾਂ ਦਾ ਵੀ ਕਿਤੇ ਨਾ ਕਿਤੇ ਕੁਝ ਰੋਲ ਸੀਗਾ। ਅਸੀਂ ਇਸ ਸਾਰੇ ਮੁੱਦੇ ਦੀ ਘੋਖ ਕੀਤੀ, ਪੜਤਾਲ ਕੀਤੀ। ਇਹ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਵੈਸੇ ਸਾਡੀ ਅੱਜ ਵਿਚਾਰ ਚਰਚਾ 1984 ਸਿੱਖ ਘੱਲੂਘਾਰੇ ਦੇ ਨਾਲ ਜੁੜਦੀ ਹੋਈ ਉਸ ਸੰਵੇਦਨਾ ਵੱਲ ਜਾਂਦੀ ਹੈ ਜਿਹੜੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਪੇਸ਼ ਕੀਤੀ ਹੈ, ਦੱਸੀ ਹੈ, ਬਰਤਾਂਤ ਕੀਤੀ ਹੈ ਔਰ ਇਹ ਵੀ ਦੱਸਿਆ ਕਿ ਹੁਣ ਅੱਗੇ ਅਸੀਂ ਕੀ ਕਰਨਾ ਹੈ। ਪਰ ਉਸ ਤੋਂ ਪਹਿਲਾਂ ਉਹ ਘੋਖ ਜਿਹੜੀ ਅਸੀਂ ਕੀਤੀ ਹੈ ਉਹ ਤੁਹਾਨੂੰ ਦਿਖਾਉਣਾ ਜ਼ਰੂਰ ਚਾਹੁੰਦੇ ਹਾਂ। ਉਸ ਸਮੇਂ ਦੇ ਤਤਕਾਲੀ ਅਫਸਰ, ਤਤਕਾਲੀ ਸੈਨਾ ਦੇ ਵਿੱਚ ਸ਼ਾਮਲ ਅਫਸਰ ਕੀ ਸਮਝਦੇ ਸਨ, ਕੀ ਕਹਿੰਦੇ ਨੇ ਕਿ ਉਸ ਵਕਤ ਹਾਲਾਤ ਕੀ ਸੀ। ਸਾਰੀਆਂ ਤਾਕਤਾਂ ਕੇਂਦਰ ਦੇ ਕੋਲ ਸੀ ਜਾਂ ਕੁਝ ਹਿੱਸਾ ਜਾਂ ਕੁਝ ਪਾਵਰ ਜਿਹੜੀ ਆ ਉਹ ਸਟੇਟ ਕੋਲ ਵੀ ਸੀ। ਤੁਹਾਨੂੰ ਉਹ ਖਾਸ ਰਿਪੋਰਟ ਦਿਖਾਣੇ ਆ, ਫਿਰ ਚਰਚਾ ਨੂੰ ਅੱਗੇ ਲੈ ਕੇ ਜਾਂਦੇ ਆ। ਸਮਾਂ 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ, ਸਥਾਨ ਪੰਜਾਬ। ਸਾਕਾ ਨੀਲਾ ਤਾਰਾ ਨੂੰ ਲੈ ਕੇ ਪੀਟੀਸੀ ਨਿਊਜ਼ ਵੱਲੋਂ ਕੀਤੀ ਘੋਖ ਪੜਤਾਲ ਤੋਂ ਕਈ ਗੱਲਾਂ ਸਾਹਮਣੇ ਆਈਆਂ ਜੋ ਸਪਸ਼ਟ ਕਰਦੀਆਂ ਨੇ ਕਿ ਫੌਜ ਦੇ ਪੰਜਾਬ 'ਚ ਦਾਖਲ ਹੋਣ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਏ ਹਮਲੇ ਤੱਕ ਅਜੇ ਵੀ ਕਈ ਗਲਤ ਧਾਰਨਾਵਾਂ ਪ੍ਰਚਲਿਤ ਨੇ। ਸਿਆਸੀ ਧਿਰਾਂ ਹੋਣ ਜਾਂ ਵਿਸ਼ਾ ਮਾਹਰ, ਉਹਨਾਂ ਵੱਲੋਂ ਕਈ ਤੱਥਾਂ ਨੂੰ ਆਪਣੀ ਸਮਝ ਮੁਤਾਬਕ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ। ਸੱਚਾਈ ਜਾਣਨ ਦੇ ਲਈ ਅਸੀਂ ਉਸ ਵਕਤ ਅੰਮ੍ਰਿਤਸਰ ਅਤੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਤੈਨਾਤ ਅਫਸਰਾਂ ਨਾਲ ਸੰਪਰਕ ਕੀਤਾ। NS ਰਤਨ ਜੋ ਕਿ 75 ਸਾਲ ਦੇ ਨੇ, ਉਹਨਾਂ ਨੇ ਵੀ ਤਸਦੀਕ ਕੀਤਾ। ਆਰਮੀ ਨੂੰ ਬੁਲਾਉਣ ਦਾ ਇੱਕ ਸਪੈਸੀਫਿਕ ਪ੍ਰੋਵੀਜ਼ਨ ਹੈ। ਨਾਰਮਲ ਸਰਕਮਸਟੈਂਸਸ 'ਚ ਜੇ ਜ਼ਿਲ੍ਹੇ ਦੇ ਵਿੱਚ ਆਰਮੀ ਕਾਲ ਕਰਨੀ ਹੈ ਤੇ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਰਿਕੁਐਸਟ ਹੁੰਦੀ ਹੈ ਕਿ ਉਹ ਪਹਿਲੇ ਰਿਕੁਐਸਟ ਕਰੇਗਾ। ਪਰ ਉਹ ਕਿਸ ਤਰ੍ਹਾਂ ਹੁੰਦੀ ਹੈ? ਡਿਸਟ੍ਰਿਕਟ ਮੈਜਿਸਟ੍ਰੇਟ ਰਿਕੁਐਸਟ ਭੇਜੇਗਾ ਆਪਣੀ ਗਵਰਨਮੈਂਟ ਹੈਡਕੁਆਟਰ ਨੂੰ, ਚੀਫ ਸੈਕਟਰੀ ਨੂੰ। ਚੀਫ ਸੈਕਟਰੀ ਵਿਲ ਗੈਟ ਇਨ ਟੱਚ ਵਿਦ ਦੀ ਏਰੀਆ ਕਮਾਂਡਰ। ਏਰੀਆ ਕਮਾਂਡਰ ਨੂੰ ਦੱਸਿਆ ਜਾਏਗਾ, ਉਹਦੀ ਐਡਵਾਂਸ ਟੀਮ ਆਏਗੀ, ਉਸ ਅਸੈਸ ਕਰਨਗੇ ਸਿਚੁਏਸ਼ਨ ਕੀ ਹੈ, ਕਿੰਨੇ ਕੁ ਬੰਦੇ ਚਾਹੀਦੇ ਨੇ। ਬਟ ਇਨ ਦਿਸ ਬਲੂ ਸਟਾਰ ਦੇਰ ਵਾਜ਼ ਨੋ ਸਚ ਪ੍ਰੋਸੀਜਰ ਫੋਲੋਡ। ਉਸ ਵੇਲੇ ਤੇ ਤਤਕਾਲੀ ਦੂਜੇ ਮੁੱਖ ਸਕੱਤਰ KD ਵਾਸੂਦੇਵਾ ਜੋ ਇਸ ਵਕਤ ਲਗਭਗ 87 ਸਾਲ ਦੇ ਨੇ, ਉਹਨਾਂ ਦੇ ਮੁਤਾਬਕ ਫੌਜ ਦੀ ਕਾਰਵਾਈ ਦਾ ਫੈਸਲਾ ਸਿਰਫ ਤੇ ਸਿਰਫ ਕੇਂਦਰ ਸਰਕਾਰ ਦਾ ਸੀ ਅਤੇ ਪੰਜਾਬ ਦੇ ਗਵਰਨਰ ਨੂੰ ਤਾਂ ਸਿਰਫ ਚਿੱਠੀ ਜਾਰੀ ਕਰਨ ਲਈ ਆਦੇਸ਼ ਦਿੱਤੇ ਗਏ ਜੋ ਕਿ ਉਸ ਵਕਤ ਦੇ ਗ੍ਰਹਿ ਸਕੱਤਰ ਅਮਰੀਕ ਸਿੰਘ ਪੂਨੀ ਨੇ ਜਾਰੀ ਕੀਤੀ। ਇਹ ਤੇ ਗਵਰਨਰ ਸਾਹਿਬ ਦਿੱਲੀ ਤੋਂ ਆ ਕੇ ਉਹਨਾਂ ਨੇ ਬੁਲਾਇਆ ਸੀ ਮੈਨੂੰ ਔਰ ਹੋਮ ਸੈਕਟਰੀ ਨੂੰ, ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਡਿਸਾਈਡ ਕੀਤਾ ਹੈ ਟੂ ਕਾਲ ਇਨ ਦੀ ਆਰਮੀ ਐਂਡ ਜਨਰਲ ਸੁੰਦਰ ਜੀ ਇਜ਼ ਕਮਿੰਗ ਇਨ ਅ ਫਿਊ ਮਿੰਟਸ ਐਂਡ ਜਨਰਲ ਸੁੰਦਰ ਜੀ ਕੇਮ ਇਨ ਅ ਫਿਊ ਮਿੰਟਸ ਐਂਡ ਦੀ ਰੈਸਟ ਇਜ਼ ਹਿਸਟਰੀ। ਉਸ ਵਕਤ ਦੇ DIG BSF ਅੰਮ੍ਰਿਤਸਰ ਗੁਰਦਿਆਲ ਸਿੰਘ ਪੰਦੇਰ, ਜਿਨ੍ਹਾਂ ਉੱਤੇ ਦੇਸ਼ ਧਰੋਹ ਦਾ ਇਲਜ਼ਾਮ ਲਗਾਇਆ ਗਿਆ, ਨੇ PTC ਨੂੰ ਦੱਸਿਆ 3
ਜੂਨ ਨੂੰ ਸਵੇਰੇ ਗਵਰਨਮੈਂਟ ਆਫ ਪੰਜਾਬ ਨੇ ਨੋਟੀਫਿਕੇਸ਼ਨ ਇਸ਼ੂ ਕੀਤਾ ਸੀ ਕਿ ਸਿਚੁਏਸ਼ਨ ਇਜ਼ ਵੈਰੀ ਬੈਡ, ਤੋ ਦੇ ਹੈਵ ਹੈਂਡਡ ਓਵਰ ਟੂ ਦਾ ਸਿਚੁਏਸ਼ਨ ਟੂ ਦਾ ਆਰਮੀ ਟੂ ਬ੍ਰਿੰਗ ਇਟ ਅੰਡਰ ਕੰਟਰੋਲ। ਜਦੋਂ ਗਵਰਨਮੈਂਟ ਦਾ ਨੋਟੀਫਿਕੇਸ਼ਨ ਹੋ ਜਾਏ ਉਹਦੇ 'ਚ ਐਵਰੀਬਾਡੀ ਉਹਦੇ 'ਚ ਐਕਸੈਪਟ ਕਰਦੇ ਉਸ ਨੋਟੀਫਿਕੇਸ਼ਨ ਨਾਲ। ਡੀਸੀ ਨੇ ਵੀ ਲਿਖ ਕੇ ਦਿੱਤਾ ਸੀ। ਡੀਸੀ ਦੀ ਲੋੜ ਨਹੀਂ ਸੀ ਉਹਦੇ 'ਚ, ਗਵਰਨਮੈਂਟ ਦੇ ਨੋਟੀਫਿਕੇਸ਼ਨ ਡੀਸੀ ਆਟੋਮੈਟਿਕਲੀ ਉਹਨਾਂ ਦੇ ਹੁਕਮ ਮੰਨੇਗਾ। ਸੀਆਰਪੀਐਫ ਦੇ ਡੀਆਈਜੀ ਬੀਪੀ ਤਿਵਾਰੀ ਨੇ ਪੇਚੀਦਾ ਹਾਲਾਤਾਂ ਤੇ ਰੌਸ਼ਨੀ ਪਾਉਂਦਿਆਂ ਹੋਇਆ ਕਿਹਾ ਕਿ ਵੱਖ-ਵੱਖ ਸੁਰੱਖਿਆ ਏਜੰਸੀਆਂ ਇੱਕ ਦੂਜੇ ਉੱਤੇ ਆਰੋਪ ਲਾਉਂਦੀਆਂ ਸਨ। Well, what normally happens is when a number of agencies are involved and the results are not achieved, natural tendency is to blame one another. ਉਹ ਇੱਕ ਸੈਂਟਰ ਦੀ ਪਤਾ ਨਹੀਂ ਕੀ ਇਹ ਵਿਚਾਰ ਸੀ ਵੀ ਜਿਹੜੇ ਬੰਦੇ ਦਰਬਾਰ ਸਾਹਿਬ ਉਸ ਵੇਲੇ ਚੰਗੇ ਗੁੱਡ ਨੰਬਰ 'ਚ ਆਏ ਹੈ, ਚਾਹੇ ਉਹ ਸ਼ਰਧਾਲੂ ਹੈ ਤੇ ਚਾਹੇ ਵਿੱਚ ਉਹਨਾਂ ਦੇ ਕੋਈ ਐਜੀਟੇਟਰ ਹੈ ਜਾਂ ਮਿਸਕ੍ਰੀਐਂਟ ਹੈ, ਉਹਨਾਂ ਨੂੰ ਉੱਥੇ ਹੀ ਉਹਨਾਂ ਨੂੰ ਘੇਰ ਕੇ ਰੱਖਣਾ ਚਾਹੁੰਦੇ ਸੀ। ਉਹਨਾਂ ਇਹ ਵੀ ਕਿਹਾ ਕਿ ਫੌਜੀ ਕਾਰਵਾਈ ਦੇ ਹੁਕਮ ਇੰਦਰਾ ਗਾਂਧੀ ਵੱਲੋਂ ਜਾਰੀ ਕੀਤੇ ਗਏ ਸਨ। ਇਹ ਜਿਹੜਾ ਫੈਸਲਾ ਹੈ ਜੀ ਸਰਕਾਰ ਦਾ ਉੱਤੋਂ ਦਿੱਲੀ ਦਾ ਜੀ ਮੈਡਮ ਦਾ ਜੋ ਫੈਸਲਾ ਕਰੋਗੇ ਇੰਦਰਾ ਗਾਂਧੀ ਹੋਏ। ਸੋ ਜੂਨ 1984 ਦਾ ਮਹੀਨਾ ਜਦੋਂ ਆਂਦਾ ਹੈ, ਸਿੱਖ ਹਿਰਦੇ ਵਲੂੰਦਰੇ ਜਾਂਦੇ ਨੇ। ਅੱਖਾਂ ਸਾਹਮਣੇ ਉਹ ਤਸ਼ੱਦਦ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ, ਜੋ ਉਸ ਵੇਲੇ ਦੀ ਕੇਂਦਰ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਦਾ ਸ਼ਿਕਾਰ ਹੋਈ। ਸੋ ਸਮੇਂ-ਸਮੇਂ ਤੇ ਜ਼ੋਰਦਾਰ ਤਰੀਕੇ ਨਾਲ ਇਹ ਮੰਗ ਉੱਠਦੀ ਰਹੀ ਹੈ, ਸਾਕਾ ਨੀਲਾ ਤਾਰਾ ਆਪਰੇਸ਼ਨ ਦੀ ਤਸਵੀਰ ਸਾਫ਼ ਹੋਣੀ ਚਾਹੀਦੀ ਹੈ, ਕਿਉਂਕਿ ਵਾਰ-ਵਾਰ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਸਾਕਾ ਨੀਲਾ ਤਾਰਾ ਨੂੰ ਅੰਜਾਮ ਦੇਣ ਦੇ ਲਈ ਭਾਰਤ ਸਰਕਾਰ ਨੇ ਵਿਦੇਸ਼ੀ ਤਾਕਤਾਂ ਦੀ ਵੀ ਮਦਦ ਲਈ ਸੀ। ਸੋ ਇਹਨਾਂ ਸਾਰੇ ਚਸ਼ਮਦੀਦਾਂ ਦੇ ਬਿਆਨਾਂ ਤੋਂ ਬਾਅਦ ਇੱਕ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਇਹ ਸੋਚੀ ਸਮਝੀ ਵਿਉਂਤਬੰਦੀ ਸੀ, ਜੋ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਘੜੀ ਗਈ ਸੀ ਅਤੇ ਸੂਬਾ ਸਰਕਾਰ ਦੇ ਹੱਕਾਂ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਮਦੋਲਦਿਆਂ ਹੋਇਆਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸੋ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਪੂਰੀ ਤਰ੍ਹਾਂ ਦੇ ਨਾਲ ਸੂਬਾ ਸਰਕਾਰ ਦੇ ਜਿਹੜੇ ਵੀ ਦਿਸ਼ਾ ਨਿਰਦੇਸ਼ ਸੀਗੇ ਉਹਨਾਂ ਨੂੰ ਸਾਈਡਲਾਈਨ ਕਰਦਿਆਂ ਹੋਇਆਂ, ਹੱਕ ਹਕੂਕ ਨੂੰ ਮਦੋਲਦਿਆਂ ਹੋਇਆਂ ਇਹ ਕੀਤਾ ਗਿਆ। ਪਰ ਨਾਲ ਹੀ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਸ਼ਾਇਦ ਕੇਂਦਰ ਸਰਕਾਰ ਨੇ ਖੜਕੂਆਂ ਦੀ ਤਾਕਤ ਨੂੰ ਅਣਗੌਲਿਆਂ ਕੀਤਾ, ਖੜਕੂਆਂ ਦੀ ਤਾਕਤ ਨੂੰ ਘੱਟ ਸਮਝ ਕੇ ਇਹ ਸਾਰਾ ਕੁਝ ਕੀਤਾ। ਸ਼ਾਇਦ ਉਹ ਕਹਿੰਦੇ ਕਿ ਇੰਨੀ ਨੌਬਤ ਨਹੀਂ ਆਣੀ ਸੀ ਕਿ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਜਾਂਦਾ, ਕਿ ਕੇਂਦਰ ਸਰਕਾਰ ਜਾਂ ਫੌਜ ਨੂੰ ਇਹ ਆਈਡੀਆ ਹੀ ਨਹੀਂ ਸੀ ਕਿ ਖਾੜਕੂਆਂ ਦੇ ਕੋਲ ਇੰਨਾ ਅਸਲਾ ਵੀ ਹੈਗਾ। ਪਰ ਸਵਾਲ ਇਹ ਵੀ ਖੜਾ ਹੁੰਦਾ ਕਿ ਕੇਂਦਰ ਸਰਕਾਰ ਦੀ ਇੰਟੈਲੀਜੈਂਸ ਕਿੱਥੇ ਸੀ? ਜੇ ਐਡਾ ਭਾਰੀ ਮਾਤਰਾ ਦੇ ਵਿੱਚ ਅਸਲਾ, ਇੰਨੇ ਮਾਰੂ ਹਥਿਆਰ ਜੇ ਇਕੱਠੇ ਹੁੰਦੇ ਸੀ ਤਾਂ ਉਸ ਲਈ ਜ਼ਿੰਮੇਵਾਰ ਕੌਣ ਹੈ? ਇੱਕ ਛੋਟੀ ਜਿਹੀ ਹੋਰ ਰਿਪੋਰਟ ਦਿਖਾਉਂਦੇ ਹਾਂ, ਫਿਰ ਚਰਚਾ ਨੂੰ ਅੱਗੇ ਵਧਾਉਂਦੇ ਹਾਂ। 84 ਦਾ ਬੇਦਰਦ ਤਸੱਵਰ ਮਨਾਂ 'ਚ ਪੀੜ ਬਣ ਕੇ ਉੱਠਦਾ ਰਿਹਾ। ਸੱਚ ਕੀ ਸੀ? ਅਸਲ ਦੇ ਵਿੱਚ ਭੇਤ ਗੁੱਜਾ ਸੀ ਤੇ ਹਮੇਸ਼ਾ ਗੁੱਜਾ ਹੀ ਰਿਹਾ। ਤਿੰਨ ਜੂਨ ਦਿਨ ਐਤਵਾਰ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ। ਫੌਜ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਅਤੇ ਪੂਰੇ ਪੰਜਾਬ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ। ਜੋ ਸੰਗਤ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸੀ ਉਹ ਅੰਦਰ ਹੀ ਰਹਿ ਗਈ ਅਤੇ ਬਾਹਰੋਂ ਕਿਸੇ ਨੂੰ ਵੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਸਭ ਦੇ ਵਿਚਕਾਰ 3 ਜੂਨ ਦਾ ਸੂਰਜ ਡੁੱਬਣ ਦੇ ਨਾਲ ਹੀ ਫੌਜ ਨੇ ਹੁਕਮ ਮਿਲਣ ਦੇ ਨਾਲ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਦੌਰ ਦੇ ਵਿੱਚ ਇਹ ਗੋਲੀਬਾਰੀ ਕੁਝ ਹਲਕੀ ਸੀ। ਪੂਰੀ ਰਾਤ ਰੁਕ ਕੇ ਗੋਲੀਬਾਰੀ ਦੋਹੋਂ ਪਾਸੇ ਹੁੰਦੀ ਰਹੀ। ਫੌਜ ਨੇ ਖਾੜਕੂਆਂ ਦੇ ਅਸਲੇ ਦੀ ਤਾਕਤ ਦਾ ਅੰਦਾਜ਼ਾ ਲਗਾਉਣ ਲਈ ਆਪਣੀ ਇਹ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਫੌਜ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਲਗਭਗ ਸਾਰੀਆਂ ਇਮਾਰਤਾਂ ਤੇ ਆਪਣੇ ਜਵਾਨਾਂ ਨੂੰ ਭਾਰੀ ਅਸਲੇ ਬਾਰੂਦ ਨਾਲ ਤੈਨਾਤ ਕਰ ਦਿੱਤਾ। 4 ਜੂਨ ਦਿਨ ਸੋਮਵਾਰ, ਸੂਰਜ ਦੀ ਟਿੱਕੀ ਅਸਮਾਨ 'ਚ ਚਮਕੀ। ਫੌਜ ਨੇ ਸਿੱਖ ਇਤਿਹਾਸ ਦੇ ਸਭ ਤੋਂ ਅਹਿਮ ਨਿਸ਼ਾਨ ਬੁੰਗਾ ਰਾਮਗੜੀਆ ਵੱਲ ਨੂੰ ਆਪਣੀਆਂ ਮਸ਼ੀਨ ਗੰਨਾਂ ਦੇ ਮੂੰਹ ਖੋਲ ਦਿੱਤੇ। ਗੋਲੀਬਾਰੀ ਤੇਜ਼ ਹੋ ਗਈ। ਫੌਜ ਨੇ ਬਾਰੂਦੀ ਪਾਊਡਰ ਦੀ ਵਰਤੋਂ ਕੀਤੀ ਅਤੇ ਜਨਰਲ ਸੁਬੇਗ ਸਿੰਘ ਵੱਲੋਂ ਵਿਛਾਏ ਗਏ ਜਾਲ ਨੂੰ ਭੇਦਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫੌਜ ਨੇ ਗੁਰੂ ਨਾਨਕ ਨਿਵਾਸ ਦੀ ਇਮਾਰਤ ਦੇ ਕੋਲ ਟੈਂਕ ਅਤੇ APC ਤੈਨਾਤ ਕਰ ਦਿੱਤੇ। ਇਸ ਥਾਂ ਤੇ ਹੋਈ ਗੋਲੀਬਾਰੀ ਦੌਰਾਨ ਲਗਭਗ 100 ਲੋਕ ਮਾਰੇ ਗਏ। ਹੁਣ ਫੌਜ ਦੇ ਕਮਾਂਡਰ KS ਬਰਾੜ ਨੂੰ ਸਮਝ ਆ ਗਈ ਸੀ ਕਿ ਉਹਨਾਂ ਜੋ ਵਿਉਂਤਬੰਦੀ ਤਿਆਰ ਕੀਤੀ ਹੈ ਉਹ ਉਨੀ ਪੁਖਤਾ ਨਹੀਂ ਹੈ ਅਤੇ ਖੜਕੂਆਂ ਕੋਲ ਅਸਲਾ ਬਾਰੂਦ ਕਾਫੀ ਵੱਡੀ ਮਾਤਰਾ ਦੇ ਵਿੱਚ ਹੈ। ਹਾਲਾਤ ਵਿਗੜਦੇ ਵੇਖ ਫੌਜ ਨੇ ਕੁਝ ਸਮੇਂ ਲਈ ਗੋਲੀਬਾਰੀ ਰੋਕੀ ਅਤੇ ਉਸ ਵੇਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਗੱਲਬਾਤ ਲਈ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਮਰਥਕਾਂ ਕੋਲ ਭੇਜਿਆ ਗਿਆ ਤਾਂ ਜੋ ਉਹਨਾਂ ਨੂੰ ਆਤਮ ਸਮਰਪਣ ਲਈ ਮਨਾਇਆ ਜਾ ਸਕੇ। ਪਰ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਉਹ ਵਾਪਸ ਪਰਤ ਆਏ, ਜਿਸ ਮਗਰੋਂ ਗੋਲੀਬਾਰੀ ਇੱਕ ਵਾਰ ਮੁੜ ਤੋਂ ਸ਼ੁਰੂ ਹੋ ਗਈ। ਜੂਨ ਰਾਤ 2 ਵਜੇ ਇਸ ਵੇਲੇ ਤੱਕ ਇਹ ਸਾਫ਼ ਹੋ ਚੁੱਕਾ ਸੀ ਕਿ ਖਾੜਕੂਆਂ ਦੀ ਤਿਆਰੀ ਬਹੁਤ ਤਕੜੀ ਅਤੇ ਬਕਾਇਦਾ ਵਿਉਂਤਬੰਦੀ ਵਾਲੀ ਹੈ ਤੇ ਉਹ ਕਿਸੇ ਵੀ ਹਾਲਤ ਵਿੱਚ ਆਤਮ ਸਮਰਪਣ ਨਹੀਂ ਕਰਨ ਵਾਲੇ। ਫੌਜ ਦਾ ਭਾਰੀ ਨੁਕਸਾਨ ਹੋ ਚੁੱਕਾ ਸੀ। ਆਪਣਾ ਸਾਰਾ ਪਲਾਨ ਚੌਪਟ ਹੁੰਦਾ ਵੇਖ ਇੱਕ ਕਮਾਂਡਿੰਗ ਅਫਸਰ ਨੇ ਬਰਾੜ ਤੋਂ ਟੈਂਕ ਦੀ ਮੰਗ ਕੀਤੀ। ਬਰਾੜ ਨੂੰ ਵੀ ਇਹ ਸਮਝ ਆ ਚੁੱਕਾ ਸੀ ਕਿ ਹੁਣ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ। ਸਵੇਰੇ 5:10 ਬਰਾੜ ਨੂੰ ਖਬਰ ਮਿਲੀ ਕਿ ਕੇਂਦਰ ਸਰਕਾਰ ਨੇ ਟੈਂਕ ਦੀ ਵਰਤੋਂ ਦੇ ਹੁਕਮ ਦੇ ਦਿੱਤੇ ਨੇ। ਬਸ ਫਿਰ ਕੀ ਸੀ, 5:21 ਤੇ ਫੌਜ ਨੇ ਟੈਂਕ ਨਾਲ ਪਹਿਲਾ ਹਮਲਾ ਕੀਤਾ। ਜਵਾਬ ਦੇ ਵਿੱਚ ਖਾੜਕੂਆਂ ਨੇ ਵੀ ਐਂਟੀ ਟੈਂਕ ਮੋਰਟਾਰ ਦਾਗੇ, ਪਰ ਫੌਜ ਨੇ ਕਵਰਿੰਗ ਫਾਇਰਿੰਗ ਨਾਲ ਟੈਂਕਾਂ ਨਾਲ ਹਮਲਾ ਸ਼ੁਰੂ ਕਰ ਦਿੱਤਾ। 6 ਜੂਨ ਸਵੇਰੇ 11 ਵਜੇ ਸੂਰਜ ਦੀ ਤਿੱਖੀ ਧੁੱਪ ਨੇ ਸਾਫ਼ ਕਰ ਦਿੱਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹੁਣ ਫੌਜ ਦੇ ਕਬਜ਼ੇ ਤੋਂ ਬਹੁਤਾ ਦੂਰ ਨਹੀਂ। ਜਾਣਕਾਰੀ ਦੇ ਮੁਤਾਬਕ ਇਸੇ ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋਇਆ। ਫੌਜ ਨੇ ਸਮਝਿਆ ਕਿ ਧਮਾਕਾ ਜਾਣਬੁੱਝ ਕੇ ਕੀਤਾ ਗਿਆ ਤਾਂ ਜੋ ਭਿੰਡਰਾਂਵਾਲਾ ਮਿਲਟਰੀ ਮਾਸਟਰਮਾਈਂਡ ਸ਼ਾਬਾਗ ਸਿੰਘ ਅਤੇ ਉਹਨਾਂ ਦੇ ਖਾੜਕੂ ਸਾਥੀ ਲੁੱਕ ਕੇ ਮੌਕੇ ਤੋਂ ਭੱਜ ਸਕਣ। ਪਰ ਜਦੋਂ ਧੂਏ ਦਾ ਗੁਬਾਰ ਹਟਿਆ, ਅਕਾਲ ਤਖ਼ਤ ਸਾਹਿਬ ਪੂਰੀ ਤਰ੍ਹਾਂ ਢਹਿ ਹੋ ਚੁੱਕਾ ਸੀ। ਇਸ ਧਮਾਕੇ ਦੇ ਨਾਲ ਹੀ ਆਪਰੇਸ਼ਨ ਬਲੂ ਸਟਾਰ ਖਤਮ ਹੋ ਗਿਆ ਤੇ ਬਾਕੀ ਬਚੇ ਖਾੜਕੂ ਹੋਰਨਾਂ ਮੋਰਚਿਆਂ ਚੋਂ ਬਾਹਰ ਨਿਕਲਣ ਲੱਗੇ, ਜਿਨ੍ਹਾਂ ਨੂੰ ਫੌਜ ਨੇ ਗ੍ਰਿਫਤਾਰ ਕਰ ਲਿਆ। ਜੂਨ 1984 ਦੇ ਪਹਿਲੇ ਹਫ਼ਤੇ 'ਚ ਵਾਪਰੇ ਇਸ ਦੁਖਾਂਤ ਨੇ ਪੰਜਾਬ ਦੇ ਮਾਹੌਲ ਨੂੰ ਅਜਿਹੇ ਪੁੱਠੇ ਗੇੜ 'ਚ ਪਾਇਆ ਕਿ ਸਾਕਾ ਬਲੂ ਸਟਾਰ ਹੋਣ ਤੋਂ ਬਾਅਦ ਲਗਭਗ ਇੱਕ ਦਹਾਕੇ ਤੱਕ ਪੰਜਾਬ ਦੇ ਲੋਕਾਂ ਨੂੰ ਕਾਲੇ ਦੌਰ ਨਾਲ ਜੂਝਣਾ ਪਿਆ। ਇਹੀ ਉਮੀਦ ਅਤੇ ਇਹੀ ਅਰਦਾਸ ਕਰਦੇ ਹਾਂ ਕਿ ਪੰਜਾਬ ਨੂੰ ਅਜਿਹੇ ਕਾਲੇ ਦੌਰ ਦਾ ਮੁੜ ਕੇ ਕਦੇ ਵੀ ਸਾਹਮਣਾ ਨਾ ਕਰਨਾ ਪਵੇ। ਸੋ ਇੱਕ ਸੰਖੇਪ ਜੀ ਝਾਤ ਮਰਵਾਈ ਹੈ ਕਿ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਕੀ ਸੀ। ਲੂ ਕੰਡੇ ਖੜੇ ਹੋ ਜਾਂਦੇ ਨੇ ਜਦੋਂ ਅੱਜ ਵੀ ਇਹ ਰਿਪੋਰਟਸ ਦੇਖਦੇ ਹਾਂ, ਅੱਜ ਵੀ ਉਹ ਸੱਚਾਈਆਂ ਜਦੋਂ ਸਾਡੇ ਅੱਖਾਂ ਦੇ ਸਾਹਮਣੇ ਆਉਂਦੀਆਂ ਨੇ, ਲੂ ਕੰਡੇ ਖੜੇ ਹੋ ਜਾਂਦੇ ਨੇ। ਅੱਜ ਜੱਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ 1984 ਸਿੱਖ ਕਤਲੇਆਮ ਦੀ ਗੱਲ ਹੋਵੇ ਜਾਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਹੋਵੇ, ਅੱਜ ਜ਼ਿਕਰ ਕਰਦੇ ਹਾਂ, ਤਾਕੀਦ ਵੀ ਕੀਤੀ ਹੈ ਸਿੱਖ ਕੌਮ ਨੂੰ। ਫਟਾਫਟ ਉਹਨਾਂ ਨੇ ਜੋ ਸੰਬੋਧਨ ਕੀਤਾ ਉਹ ਦਿਖਾਉਂਦੇ ਹਾਂ, ਫਿਰ ਆਪਾਂ ਚਰਚਾ ਅੱਗੇ ਵਧਾਉਂਦੇ ਹਾਂ। ਅੱਜ ਅਸੀਂ ਸਾਰੇ ਉਹਨਾਂ ਮਹਾਨ ਯੋਧਿਆਂ ਸੂਰਬੀਰਾਂ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ, ਜਿਨ੍ਹਾਂ ਨੇ ਜੂਨ 1984 ਦੇ ਵਿੱਚ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕਰਦਿਆਂ ਸ਼ਹਾਦਤਾਂ ਦੇ ਜਾਮ ਪੀਤੇ। ਬਹੁਤ ਹੀ ਸੂਰਬੀਰ ਮਹਾਨ ਯੋਧੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਮਹਾਂਪੁਰਖ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ ਔਰ ਬਹੁਤ ਹੀ ਸੂਝਵਾਨ ਨੀਤੀਵਾਨ ਜਰਨਲ ਭਾਈ ਸੁਬੇਗ ਸਿੰਘ ਜੀ। ਇਹਨਾਂ ਤੋਂ ਇਲਾਵਾ ਅੱਜ ਦੇ ਦਿਨ ਜੂਨ 1984 ਦੇ ਵਿੱਚ ਇਸ ਅਸਥਾਨ ਦੇ ਉੱਤੇ ਭਾਰਤੀ ਸਟੇਟ ਦੇ ਨਾਲ ਲੜਦਿਆਂ ਬੇਅੰਤ ਸਿੱਖਾਂ ਨੇ ਸ਼ਹੀਦੀ ਦਿੱਤੀ ਹੈ, ਜਿਹਦੇ ਵਿੱਚ ਬੀਬੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਨੌਜਵਾਨ ਵੀ ਸਨ। ਔਰ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅੱਜ ਇਕੱਠੇ ਹੋਏ ਹਾਂ। ਜਿਸ ਵਕਤ ਭਾਰਤ 1947 ਦੇ ਵਿੱਚ ਭਾਰਤੀ ਲੋਕਾਂ ਦੇ ਕਹਿਣ ਮੁਤਾਬਕ ਆਜ਼ਾਦ ਹੋਇਆ, ਸਿੱਖਾਂ ਨੂੰ ਨੱਪਣ ਦੀ, ਸਿੱਖਾਂ ਨੂੰ ਕੁੱਟਣ ਦੀ ਪਾਲਿਸੀ ਜਿਹੜੀ ਹੈ ਉਸੇ ਵੇਲੇ ਤਿਆਰ ਹੋ ਗਈ ਸੀ ਔਰ ਤਿਆਰ ਕੀਤੀ ਸੀ ਜਵਾਹਰ ਲਾਲ ਨਹਿਰੂ ਨੇ ਕਿ ਇਸ ਹਿੰਦੁਸਤਾਨ ਦੇ ਅੰਦਰ, ਇਸ ਭਾਰਤ ਦੇ ਅੰਦਰ ਸਿੱਖਾਂ ਨੂੰ ਨੱਪਣਾ ਹੈ, ਸਿੱਖਾਂ ਨੂੰ ਕੁੱਟਣਾ ਹੈ, ਸਿੱਖਾਂ ਨੂੰ ਦੱਬਣਾ ਹੈ, ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ, ਸਮਾਜਿਕ ਤੌਰ ਤੇ ਕਮਜ਼ੋਰ ਕਰਨਾ ਹੈ, ਧਾਰਮਿਕ ਤੌਰ ਤੇ ਕਮਜ਼ੋਰ ਕਰਨਾ ਹੈ ਔਰ ਰਾਜਨੀਤਿਕ ਤੌਰ ਤੇ ਵੀ ਕਮਜ਼ੋਰ ਕਰਨਾ ਹੈ। ਇਹ ਨੀਤੀਆਂ 1947 ਚ ਹੀ ਬਣ ਗਈਆਂ ਸੀ ਔਰ ਉਹਦਾ ਸਿੱਟਾ 1984 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ 37 ਹੋਰ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਹਮਲਿਆਂ ਦੇ ਰੂਪ ਦੇ ਵਿੱਚ ਨਿਕਲਿਆ। ਅੱਜ ਜ਼ਰੂਰਤ ਆ ਗਈ ਹੈ, ਜਿਵੇਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਮੱਲ ਅਖਾੜੇ ਕਾਇਮ ਕੀਤੇ ਸੀ, ਅੱਜ ਗੱਤਕਾ ਅਕੈਡਮੀਆਂ ਤੇ ਗੱਤਕੇ ਅਖਾੜੇ ਜਿਹੜੇ ਨੇ ਸਾਡੀਆਂ ਸੰਸਥਾਵਾਂ ਗੁਰਦੁਆਰਾ ਸਾਹਿਬਾਨ ਦੇ ਅੰਦਰ ਕਾਇਮ ਕਰਨ
ਔਰ ਮਾਡਰਨ ਜਿਹੜੇ ਨੇ ਸ਼ਸਤਰ ਅਭਿਆਸ ਦੇ ਕੇਂਦਰ ਜਿਹਨੂੰ ਸ਼ੂਟਿੰਗ ਰੇਂਜਾਂ ਕਹਿੰਦੇ ਨੇ ਉਹ ਵੀ ਕਾਇਮ ਕੀਤੀਆਂ ਜਾਣ, ਕੋਈ ਹਰਜ ਨਹੀਂ ਹੈ ਸਾਧ ਸੰਗਤ ਜੀ। ਜਿਹੜੇ ਦੂਸਰੇ ਲੋਕ ਹੈ ਉਹ ਲੁਕ ਛਿਪ ਕੇ ਜਿਹੜੇ ਹੈ ਆਪਣੇ ਲੋਕਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇ ਰਹੇ ਹੈ, ਸ਼ਸਤਰਾਂ ਦੀ ਟ੍ਰੇਨਿੰਗ ਦੇ ਰਹੇ ਹੈ। ਅਸੀਂ ਲੁਕ ਛਿਪ ਕੇ ਨਹੀਂ ਦੇਾਂਗੇ, ਅਸੀਂ ਸ਼ਰੇਆਮ ਦੇਾਂਗੇ, ਖੁੱਲ੍ਹੇਆਮ ਦੇਾਂਗੇ। ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਦਰ ਸਾਹਿਬਾਨ ਨੇ ਅੱਜ ਸੰਬੋਧਨ ਕਰਦਿਆਂ ਇਹ ਗੱਲਾਂ ਕਹੀਆਂ ਨੇ। ਹਾਲਾਂਕਿ ਜੱਦਰ ਸਾਹਿਬਾਨ ਨੇ ਪਹਿਲਾਂ ਵੀ ਇਸ ਗੱਲ ਦੀ ਹਾਮੀ ਭਰੀ ਸੀ ਕਿ ਅੱਜ ਦੇ ਗੁਰਸਿੱਖਾਂ ਨੂੰ ਸ਼ਸਤਰ ਰੱਖਣੇ ਚਾਹੀਦੇ ਨੇ, ਮਾਡਰਨ ਹਥਿਆਰ ਰੱਖਣੇ ਚਾਹੀਦੇ ਨੇ, ਲਾਇਸੈਂਸੀ ਮਾਡਰਨ ਹਥਿਆਰ ਰੱਖਣੇ ਚਾਹੀਦੇ ਨੇ, ਜਿਹਦਾ ਸਿੱਧਾ ਇਸ਼ਾਰਾ ਕਿਤੇ ਨਾ ਕਿਤੇ ਗਨ ਕਲਚਰ ਵੱਲ ਰਿਹਾ ਔਰ ਇਸ ਦਾ ਵਿਰੋਧ ਵੀ ਹੋਇਆ। ਕੁਝ ਪਾਰਟੀਆਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ। ਬਕਾਇਦਾ ਦੁਬਾਰਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣੀ ਗੱਲ ਦੁਹਰਾਈ ਔਰ ਕਿਹਾ ਕਿ ਸਾਨੂੰ ਸ਼ਸਤਰ ਰੱਖਣੇ ਚਾਹੀਦੇ ਨੇ ਔਰ ਲੁਕ ਛਿਪ ਕੇ ਨਹੀਂ, ਅਸੀਂ ਸ਼ਰੇਆਮ ਉਸ ਦੀ ਟ੍ਰੇਨਿੰਗ ਵੀ ਦੇਵਾਂਗੇ। ਦੋ ਖਾਸ ਮਹਿਮਾਨ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ। ਸਰਦਾਰ ਇੰਦਰਪਾਲ ਸਿੰਘ ਜੀ, ਡਾਇਰੈਕਟਰ ਓਵਰਸੀਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ, ਸਰਦਾਰ ਤਲਵਿੰਦਰ ਸਿੰਘ ਬੁੱਟਰ ਸਾਹਿਬ, ਧਾਰਮਿਕ ਟਿੱਪਣੀਕਾਰ ਤੇ ਪੱਤਰਕਾਰ ਨੇ। ਬਹੁਤ-ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ। ਮੈਂ ਸ਼ੁਰੂਆਤ ਇੰਦਰਪਾਲ ਸਿੰਘ ਜੀ ਹੋਰਾਂ ਤੋਂ ਕਰਦਾ। ਇੰਦਰਪਾਲ ਸਿੰਘ ਜੀ, ਜੋ ਤੁਸੀਂ ਦੇਖਿਆ, ਛੋਟੀ ਜਿਹੀ ਅਸੀਂ ਰਿਪੋਰਟ ਵੀ ਦਿਖਾਈ ਹੈ, ਉਸ ਰਿਪੋਰਟ ਨੂੰ ਹੀ ਕੈਰੀ ਫਾਰਵਰਡ ਕਰਦੇ ਅਸੀਂ ਜਥੇਦਾਰ ਸਾਹਿਬਾਨ ਦੇ ਉਸ ਬਿਆਨ ਤੇ ਆਨੇ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਹ ਬਰਤਾਂਤ ਜਾਂ ਆਹ ਦਿਨ ਨਾ ਦੇਖਣਾ ਪੈਂਦਾ ਜੇਕਰ ਅਸੀਂ ਮਾਡਰਨ ਹਥਿਆਰ ਆਪਣੇ ਕੋਲ ਰੱਖਦੇ ਜਾਂ ਇਹ ਸਮਾਂ ਆ ਗਿਆ ਕਿ ਮਾਡਰਨ ਹਥਿਆਰ ਆਪਣੇ ਕੋਲ ਰੱਖੇ ਜਾਣ। ਬਹੁਤ ਸਾਰੀਆਂ ਪਾਰਟੀਆਂ ਜਿਨ੍ਹਾਂ ਦੇ ਵਿੱਚ ਮੌਜੂਦਾ ਸੱਤਾਧਾਰੀ ਧਿਰ ਵੀ ਹੈਗੀ ਹੈ ਜਿਹੜੀ ਕਹਿੰਦੀ ਕਿ ਜਥੇਦਾਰ ਸਾਹਿਬ ਤੁਸੀਂ ਬਹੁਤ ਉੱਚੀ ਪਦਵੀ ਤੇ ਹੋ, ਬੜੀ ਉੱਚੀ ਅਹੁਦੇ ਤੇ ਬੈਠੇ ਹੋ, ਅਜਿਹੀਆਂ ਗੱਲਾਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ। ਔਰ ਤੁਹਾਨੂੰ ਲੱਗਦਾ ਕਿ ਸਾਡਾ ਸਿੱਖ ਫਲਸਫਾ ਕਹਿੰਦਾ ਕਿ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਕਿ ਨਹੀਂ ਕਰਨੀਆਂ ਚਾਹੀਦੀਆਂ? ਸਰਪ੍ਰੀਤ ਸਿੰਘ ਜੀ, ਪਹਿਲਾਂ ਤਾਂ ਮੈਂ ਸਾਕਾ ਨੀਲਾ ਤਾਰੀ ਦੀ ਜਿਹੜੀ 38ਵੀਂ ਅਸੀਂ ਯਾਦਗਾਰ ਮਨਾ ਰਹੇ ਹਾਂ ਜੀ ਜੀ, ਉਹਦੇ ਤੇ ਇੱਕ ਬੜੇ ਜੋ ਸਾਨੂੰ ਬੜਾ ਇੱਕ ਦੁਖਾਂਤ ਹੈ, ਇੱਕ ਅਜਿਹਾ ਸਾਕਾ ਸੀ ਕਿ ਕੇਵਲ ਸਿੱਖ ਹੀ ਨਹੀਂ, ਦੁਨੀਆ ਦਾ ਹਰ ਉਹ ਬਸ਼ਰ ਜਿਹੜਾ ਇਨਸਾਫ ਪਸੰਦ ਹੈ, ਜਿਹੜਾ ਨਿਰਪੱਖ ਹੈ, ਉਹ ਅੱਜ ਵੀ ਇਹ ਸੋਚਦਾ ਹੈ ਵੀ ਇਹ ਨਹੀਂ ਸੀ ਹੋਣਾ ਚਾਹੀਦਾ, ਇਹ ਕਿਉਂ ਹੋਇਆ। ਮਤਲਬ ਇੱਕ ਬਹੁਤ ਵੱਡੀ ਤਰਾਸਦੀ ਸੀ। ਤੁਸੀਂ ਹੁਣੇ ਰਿਪੋਰਟ ਸਾਰੀ ਦਿਖਾਈ ਹੈ ਜੀ। ਉਸ ਵਕਤ ਦੇ ਸਾਰੇ ਆਫੀਸਰਸ ਜਿਨ੍ਹਾਂ ਨੇ ਇਸ ਵਿੱਚ ਮੈਂ ਕਹਾਂਗਾ ਕਿ ਪਾਰਟ ਜਿਹੜੇ ਪਲੇਅਰ ਸੀਗੇ ਉਸ ਵਕਤ ਦੇ, ਉਹਨਾਂ ਸਾਰਿਆਂ ਨੇ ਇਹ ਜਿਹੜਾ ਕੀਤਾ ਵੀ ਇੱਕ ਜਿਹੜੀ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਮਿੱਥ ਕੇ ਕੀਤਾ ਗਿਆ ਸੀ, ਇੱਕ ਕੌਮ ਨੂੰ ਸਬਕ ਸਿਖਾਉਣ ਦੇ ਲਈ ਕੀਤਾ ਗਿਆ ਸੀ, ਨਸਲ ਕੁਸ਼ੀ ਲਈ ਕੀਤਾ ਗਿਆ ਸੀ। ਇਹ ਹੁਣ ਇੱਕ ਐਸਟੈਬਲਿਸ਼ ਫੈਕਟ ਹੈ। 30 ਸਾਲਾਂ ਬਾਅਦ ਗਵਰਨਮੈਂਟ ਦੇ ਕਾਨੂੰਨ ਮੁਤਾਬਕ ਹੀ ਸਾਰੀਆਂ ਫਾਈਲਾਂ ਜਨਤਕ ਹੋ ਜਾਂਦੀਆਂ। ਐਵਰੀ ਸਿਟੀਜ਼ਨ ਹੈਜ਼ ਐਕਸੈਸ ਟੂ ਦਾ ਗਵਰਨਮੈਂਟ ਫਾਈਲਸ ਐਂਡ ਨੋਟਿੰਗਸ। ਉਹ ਸਾਰੀਆਂ ਮੇਰੇ ਮੁਤਾਬਕ ਜਨਤਕ ਕਰ ਦੇਣੀਆਂ ਚਾਹੀਦੀਆਂ। ਤੁਸੀਂ ਆਪਣੇ ਚੈਨਲ ਤੋਂ ਇਹ ਦਿਖਾਇਆ ਸੀ ਉਸ ਵਕਤ ਦੇ ਡਿਪਟੀ ਕਮਿਸ਼ਨਰ ਨੇ, ਸਰ ਰਮੇਸ਼ ਚੰਦਰ ਸਿੰਘ ਸੀ ਜਿਨ੍ਹਾਂ ਤੇ ਜ਼ਿਆਦਾ ਦੋਸ਼ ਲੱਗਦੇ ਆ। ਉਹਨਾਂ ਨੇ ਬੜੀ ਵਧੀਆ ਖੂਬਸੂਰਤ ਗੱਲ ਕੀਤੀ ਹੈ ਕਿ ਹੁਣ ਸਮਾਂ ਆ ਗਿਆ ਇੱਕ ਸੁਪਰੀਮ ਕੋਰਟ ਵੱਲੋਂ ਬਾਈ ਆਰਡਰ ਇੱਕ ਟਰੁਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਕਾਇਮ ਕਰ ਦਿੱਤਾ ਜਾਵੇ, ਜਿਹੜੀ ਸਾਰੇ ਇਸ ਸਾਕੇ ਦੀ ਜਿਹੜੀ ਸੱਚਾਈ ਹੈ ਇਸ ਸ਼ਰਤ ਤੇ ਲਿਆਂਦੀ ਜਾਵੇ ਕਿ ਜਿਹੜੇ ਵੀ ਬੰਦੇ ਇਸ ਟਾਈਮ ਜਿਉਂਦੇ ਸੀ ਜਾਂ ਜਿਨ੍ਹਾਂ ਨੂੰ ਵੀ ਕੋਈ ਕਿਸੇ ਕਿਸਮ ਦੀ ਜਾਣਕਾਰੀ ਹੈ ਉਹ ਕਮਿਸ਼ਨ ਅੱਗੇ ਆ ਕੇ ਆਪਣੀਆਂ ਗਵਾਹੀਆਂ ਰਿਕਾਰਡ ਕਰਾਉਣ ਤੇ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਕੋਈ ਵੀ ਜਿਹੜਾ ਆਪਣਾ ਭਾਰਤੀ ਪੀਨਲ ਕੋਡ ਦੇ ਤਹਿਤ ਕੋਈ ਦੰਡ ਵਧਾਉਣ ਦੇ ਨਹੀਂ ਲਿਆਂਦਾ ਚਾਹੀਦਾ। ਇਹ ਜ਼ਰੂਰੀ ਹੁੰਦਾ ਹੈ। ਇਹ ਸੰਸਾਰ ਦੇ ਵਿੱਚ ਬੜੀ ਵਾਰੀ ਬਣੇ ਤਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋ ਸਕਣ। ਇੱਕ ਸੂਝਵਾਨ ਸੱਜਣ ਬੈਠ ਕੇ ਐਨਾਲਿਸਿਸ ਕਰਨ, ਸਾਰਾ ਕੁਝ ਕਰਨ, ਕੋਈ ਸੇਧ ਮਿਲੇ। ਫਿਰ ਤੁਸੀਂ ਰਾਹ ਦੇ ਇੱਕ ਆਫੀਸਰ ਜਿਹੜੇ ਸਿੱਧੂ ਸਾਹਿਬ, ਉਹਨਾਂ ਦੀ ਵੀ ਦਿਖਾਈ ਵੀ ਕਿਸ ਤਰੀਕੇ ਦੇ ਨਾਲ ਇਹ 1975-76 ਤੋਂ ਹੀ ਇਹ ਤਿਆਰੀ ਕਰ ਦਿੱਤੀ ਗਈ ਸੀ ਕਿ ਵੀ ਇਹ ਜਿਹੜਾ ਇਲੈਕਸ਼ਨ ਅਸੀਂ ਸਬਕ ਸਿਖਾਉਣਾ, ਮੁੱਦੇ ਤੇ ਲੜਨਾ। ਮਤਲਬ ਇੱਕ ਲੋਕਤੰਤਰ ਦੇਸ਼ ਦੇ ਵਿੱਚ ਇੱਕ ਜਿਹੜੀ ਚੁਣੀ ਹੋਈ ਸਰਕਾਰ ਵੱਲੋਂ ਆਪਣੇ ਹੀ ਲੋਕਾਂ, ਆਪਣੀ ਉਸ ਕੌਮ ਪ੍ਰਤੀ ਜਿਹਦੇ ਦੇਸ਼ ਦੀ ਵਫਾਦਾਰੀ ਦੇ ਲਈ, ਦੇਸ਼ ਦੀ ਪ੍ਰਭੂ ਸੱਤਾ ਅਖੰਡਤਾ ਦੇ ਲਈ, ਦੇਸ਼ ਦੀ ਸੇਵਾ ਦੇ ਲਈ ਹਰ ਤਰ੍ਹਾਂ ਦਾ ਯੋਗਦਾਨ ਪਾਇਆ। ਜਿੱਥੇ ਉਹਨਾਂ ਨੇ ਜਾਨਾਂ ਵੀ ਕੁਰਬਾਨ ਕੀਤੀਆਂ, ਜਿੱਥੇ ਉਹਨਾਂ ਨੇ ਦੇਸ਼ ਆਜ਼ਾਦੀ ਲਈ ਯੋਗਦਾਨ ਪਾਇਆ, ਉੱਥੇ ਦੇਸ਼ ਦੇ ਅੰਨ ਭੰਡਾਰ ਭਰਨ ਲਈ ਤੇ ਹੋਰ ਸਾਰੀ ਮੇਰੇ ਖਿਆਲ ਸ਼ਾਇਦ ਹੀ ਕੋਈ ਅਜਿਹਾ ਸ਼ੋਭਾ ਹੋਵੇ ਜਿੱਥੇ ਸਿੱਖਾਂ ਨੇ ਮੱਲਾਂ ਨਾ ਮਾਰੀਆਂ। ਬਿਲਕੁਲ ਠੀਕ। ਉਸ ਕੌਮ ਦੇ ਅਗੇਂਸਟ ਇੱਕ ਮਿੱਥ ਕੇ ਸਾਜ਼ਿਸ਼ ਅਧੀਨ ਅਜਿਹੀਆਂ ਸਾਜ਼ਿਸ਼ਾਂ ਇੱਕ ਲੋਕ ਰਾਜੀ ਮੁਲਕ ਦੇ ਵਿੱਚ ਹੋਣ। ਅਸੀਂ ਅਬਦਾਲੀ ਦੇ ਹੱਲਿਆਂ ਨੂੰ, ਅਸੀਂ ਨਾਦਰ ਸ਼ਾਹ ਦੇ ਹੱਲਿਆਂ ਨੂੰ, ਅਸੀਂ ਗਜਨੀ ਦੇ ਹੱਲਿਆਂ ਨੂੰ ਯਾਦ ਕਰਦੇ ਹਾਂ। ਉਹ ਦੌਰ ਹੋਰ ਸੀ, ਉਹ ਮਾਹੌਲ ਹੋਰ ਸੀ, ਉਹ ਲੋਕ ਰਾਜ ਨਹੀਂ ਸੀ। ਪਰ ਹੁਣ ਦੇ ਲੋਕ ਰਾਜ ਦੇ ਮੁਲਕ ਦੇ ਵਿੱਚ ਅਜਿਹੀਆਂ ਗੱਲਾਂ ਜਦੋਂ ਸਾਹਮਣੇ ਆ ਰਹੀਆਂ ਤੇ ਉਹ ਐਸਟੈਬਲਿਸ਼ਡ ਹੈ। ਇਹ ਕੋਈ ਆਮ ਕੋਈ ਮੇਰੇ ਵਰਗਾ ਕੋਈ ਬੰਦਾ ਨਹੀਂ ਕਹਿ ਰਿਹਾ, ਇਹ ਉਹ ਬੰਦੇ ਕਹਿ ਰਹੇ ਜਿਹੜੇ ਉਸ ਵਕਤ ਦੀ ਇਹ ਸਾਰੀ ਸਿਸਟਮ ਨੂੰ ਚਲਾਉਣ ਦੇ ਵਿੱਚ ਬਹੁਤ ਵੱਡੇ ਹਿੱਸੇਦਾਰ ਸੀ। ਮਤਲਬ ਤੁਸੀਂ ਭੂਮਿਕਾ ਬਣਾ ਰਹੇ ਹੋ ਕਿ ਇਸੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹ ਬਿਆਨ ਆਉਂਦਾ ਇਸ ਤਰ੍ਹਾਂ ਦਾ? ਬਿਲਕੁਲ, ਮੈਂ ਭੂਮਿਕਾ ਨਹੀਂ ਬਣਾ ਰਿਹਾ। ਅਸੀਂ
ਗੁਰੂ ਗ੍ਰੰਥ ਸਾਹਿਬ ਚ ਅਸੀਂ ਭਗਤ ਕਬੀਰ ਜੀ ਦੇ ਸ਼ਲੋਕ ਪੜ੍ਹਦੇ ਹਾਂ। ਗगन दमामा बाजियो परे निशाने काओ, खेत जो मांडियो सूरमा अब जूजन को दाओ, सूरा सो पहचानिए जो लरे दीन के हेत, पुरजा पुरजा कट मरे कबू ना छाड़े की। ये भगत कबीर जी ने किया। फिर गुरु नानक साहब वो कह रहे हैं भी जे तो प्रेम जो तो प्रेम खेलन का चाहो, सिर तर तली गली मरी आओ, ये तो मार्ग पैर तरीजै सिर दीजै कांड ना कीजै। जे ਅਸੀਂ ਗੁਰੂ ਅਰਜਨ ਦੇਵ ਜੀ ਤੋਂ ਸਾਡਾ ਸ਼ਹਾਦਤਾਂ ਦਾ ਦੌਰ ਸ਼ੁਰੂ ਹੋਇਆ, ਪਰ ਮੈਂ ਸਮਝਦਾ ਜੇ ਹਕੂਮਤੀ ਜ਼ਬਰ ਦਾ ਕੋਈ ਸ਼ਿਕਾਰ ਹੋਇਆ ਸਿੱਖ ਧਰਮ ਦੇ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਹੋਏ, ਜਿਹਨੇ ਬਾਬਰ ਦੀ ਜੇਲ੍ਹ ਕੱਟੀ, ਜਿਨ੍ਹਾਂ ਨੇ ਬਾਬਰ ਨੂੰ ਜਾਬਰ ਕਿਹਾ ਤੇ ਪਾਪ ਕੀ ਜੰਜ ਲੈ ਕਾਬਲ ਉਤਾਇਆ, ਜੋਰੀ ਮੰਗਿਆ ਦਾਨ ਵੇ ਲਾ ਲੋ। ਇਹ ਉਸੇ ਫਿਲਾਸਫੀ ਨੂੰ ਅੱਗੇ ਲੈ ਕੇ ਜਾਏ। ਗੁਰੂ ਅੰਗਦ ਦੇਵ ਜੀ ਤੇ ਜਦੋਂ ਹੁਮਾਯੂੰ ਆਇਆ ਤੇ ਗੁਰੂ ਸਾਹਿਬ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ, ਉਹ ਬੱਚਿਆਂ ਨੂੰ ਗੁਰਮੁਖੀ ਸਿਖਾ ਰਹੇ ਸਨ, ਤੇ ਉਹਨੇ ਤਲਵਾਰ ਕੱਢ ਲਈ ਤੇ ਗੁਰੂ ਅੰਗਦ ਦੇਵ ਜੀ ਨੇ ਕਿਹਾ ਸੀ ਵੀ ਇਹ ਤੇਰੀ ਤਲਵਾਰ ਉਦੋਂ ਕੋਈ ਜਦੋਂ ਸ਼ੇਰਸ਼ਾਹ ਸੂਰੀ ਤੇਰੇ ਤੇ ਹਾਵੀ ਹੋਇਆ ਸੀ, ਇਹ ਤੇਰੀ ਤਲਵਾਰ ਉਦੋਂ ਕਿੱਥੇ ਗਈ। ਮਤਲਬ ਗੁਰੂ ਅਮਰਦਾਸ ਜੀ ਵੇਲੇ ਅਕਬਰ ਨੂੰ ਵੀ ਭੜਕਾਇਆ ਗਿਆ, ਪਰ ਅਕਬਰ ਖੁਦ ਚੱਲ ਕੇ ਆਇਆ, ਉਹਨੇ ਦੇਖਿਆ ਵੀ ਨਹੀਂ ਇਹ ਠੀਕ ਹੈ ਸਾਰਾ ਕੁਝ। ਇਹ ਸਾਜ਼ਿਸ਼ਾਂ ਬਾਬਰ ਤੋਂ ਸ਼ੁਰੂ ਹੋ ਗਈਆਂ ਸੀ। ਇਹ ਸਾਜ਼ਿਸ਼ਾਂ ਸਟੇਟ ਜਿਹੜਾ ਸ਼ਬਦ ਅਸੀਂ ਵਰਤਦੇ ਹਾਂ, ਵਾਰ-ਵਾਰ ਸਿੰਘ ਸਾਹਿਬ ਨੇ ਹੀ ਵਰਤਿਆ, ਇਹ ਸਟੇਟ ਦੀ ਪਾਲਿਸੀ ਹੈ। ਉਹ ਭਾਵੇਂ ਬਾਬਰ ਸੀ ਤੇ ਭਾਵੇਂ ਅੱਜ ਦੀ ਹਕੂਮਤ ਹੈ। ਮਤਲਬ ਇਹ ਜਿਹੜੇ ਸਿੱਖਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣਾ, ਸਿੱਖਾਂ ਨੂੰ ਵਿਸ਼ਵਾਸ ਦੀ ਨਜ਼ਰ ਨਾਲ ਨਹੀਂ ਦੇਖਣਾ। ਮੈਂ ਪਹਿਲਾਂ ਹੀ ਕਈ ਵਾਰੀ ਇਹ ਤੁਹਾਡੇ ਪਲੇਟਫਾਰਮ ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਕੋਟ ਕੀਤਾ ਕਿ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ। ਉੱਥੇ ਉਹ ਜਦੋਂ ਇਹ ਕਹਿੰਦੇ ਨਾ ਵੀ ਪਿਆਰ ਨਾਲ ਇਹ ਕਰਨ ਗੁਲਾਮੀ, ਪਰ ਟੈ ਨਾ ਮੰਨਣ ਕਿਸੇ ਦੀ। ਇਹ ਜਿਹੜੀ ਟੈ ਨਹੀਂ ਮੰਨਦੇ, ਇਸ ਚੀਜ਼ ਨੂੰ ਇਨਕੈਸ਼ ਕਿਉਂ ਨਹੀਂ ਕੀਤਾ ਜਾਂਦਾ? ਇਹ ਪਿਆਰ ਨਾਲ ਤੁਹਾਡੀ ਗੁਲਾਮੀ ਕਰਨ ਨੂੰ ਤਿਆਰ ਹੈ। ਠੀਕ ਹੈ, ਬਿਲਕੁਲ। ਚਲੋ ਮੈਂ ਇੱਕ ਛੋਟਾ ਜਿਹਾ ਰਿਐਕਸ਼ਨ ਬੁੱਟਰ ਸਾਹਿਬ ਤੋਂ ਲੈ, ਫਿਰ ਆਪਾਂ ਨੂੰ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣਾ ਪਏਗਾ। ਬੁੱਟਰ ਸਾਹਿਬ, ਜਿਵੇਂ ਇੰਦਰਪਾਲ ਸਿੰਘ ਹੋਰਾਂ ਨੇ ਕਿਹਾ ਜਾਂ ਜੱਦਰ ਸਾਹਿਬਾਨ ਨੇ ਵੀ ਕਿਹਾ ਕਿ ਸਾਨੂੰ ਹੁਣ ਮਾਡਰਨ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਨੇ, ਸ਼ਸਤਰ ਰੱਖਣੇ ਚਾਹੀਦੇ ਨੇ। ਬੜੀਆਂ ਸਾਰੀਆਂ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹ ਕਹਿੰਦੀਆਂ ਨੇ ਕਿ ਜੱਦਰ ਸਾਹਿਬ ਨੂੰ ਇਹ ਵੀ ਸਾਫ਼ ਕਰਨਾ ਚਾਹੀਦਾ ਕਿ ਕਿਉਂ ਰੱਖਣਾ ਚਾਹੀਦਾ, ਕਿਸ ਤੋਂ ਸਿੱਖਾਂ ਨੂੰ ਖਤਰਾ ਹੈ। ਕੀ ਤੁਸੀਂ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਹਿੱਸਿਆਂ ਦੇ ਵਿੱਚ ਰਹਿੰਦੇ ਸਿੱਖਾਂ ਦੇ ਮਨਾਂ ਦੇ ਵਿੱਚ ਡਰ ਦੀ ਭਾਵਨਾ ਨਹੀਂ ਪੈਦਾ ਕਰ ਰਹੇ ਕਿ ਤੁਸੀਂ ਹਥਿਆਰ ਰੱਖੋ, ਆਉਣ ਵਾਲਾ ਸਮਾਂ ਮਾੜਾ? ਬਿਲਕੁਲ ਜੀ ਹਰਪ੍ਰੀਤ ਜੀ, ਦੇਖੋ ਜਿਹੜੇ ਸ਼ਸਤਰ ਹੈ, ਸਿੱਖ ਫਲਸਫਾ ਇੱਕ ਜਿਹੜਾ ਨਵੇਕਲਾ ਔਰ ਵੱਖਰਾ ਫਲਸਫਾ ਹੈ। ਜਿਹੜੇ ਸਿਆਸੀ ਲੋਕ ਜਾਂ ਹੋਰ ਲੋਕ ਕਹਿ ਰਹੇ ਆ, ਸ਼ਾਇਦ ਉਹ ਸਿੱਖ ਫਲਸਫੇ ਤੋਂ, ਸਿੱਖ ਜਿਹੜੀ ਸਿਧਾਂਤਕਾਰੀ ਆ ਉਹਦੇ ਤੋਂ ਅਣਜਾਣ ਨੇ। ਜਿਸ ਵੇਲੇ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ, ਗੁਰੂ ਨਾਨਕ ਸਾਹਿਬ ਉਸ ਵੇਲੇ ਦਾ ਜਿਹੜਾ ਦ੍ਰਿਸ਼ ਆਪਣੀ ਬਾਬਰ ਬਾਣੀ 'ਚ ਖਿੱਚਦੇ ਨੇ ਕਿ ਜਦੋਂ ਬਾਬਰ ਹਮਲਾਵਰ ਹੋ ਕੇ ਆਇਆ, ਇੱਥੋਂ ਦੇ ਪਠਾਨ ਸੀਗੇ ਜਿਹੜੇ ਉਹਨਾਂ ਨੂੰ ਇਹ ਆਸ ਸੀਗੇ ਕਿ ਅਸੀਂ ਆਪਣੇ ਪੀਰਾਂ ਦੇ ਮੰਤਰ ਪੜਾਂਗੇ ਔਰ ਜਿਹੜੇ ਬਾਬਰ ਦੀ ਫੌਜ ਆ ਉਹ ਅੰਨੀ ਹੋ ਜਾਏਗੀ। ਗੁਰੂ ਨਾਨਕ ਸਾਹਿਬ ਜ਼ਿਕਰ ਕਰਦੇ ਆ ਕਿ ਜਦੋਂ ਆਏ ਨਾ ਕਿਸੇ ਦਾ ਮੰਤਰ ਸਫਲ ਹੋਇਆ, ਨਾ ਫੌਜ ਅੰਨੀ ਹੋਈ, ਔਰ ਅਖੀਰ ਦੇ ਵਿੱਚ ਜਾ ਕੇ ਪਠਾਨਾਂ ਨੂੰ ਬਾਬਰ ਦੀ ਫੌਜ ਦੇ ਨਾਲ ਹੱਥੋਂ ਹੱਥੀ ਤਲਵਾਰਾਂ ਨਾਲ ਲੜਾਈ ਲੜਨੀ ਪਈ। ਪਰ ਉੱਥੇ ਵੀ ਜਾ ਕੇ, ਕਿਉਂਕਿ ਉਹ ਇੱਕ ਵਿਉਂਤਬੰਦੀ ਦੇ ਨਾਲ ਤਿਆਰੀ ਨਾਲ ਆਏ ਸੀਗੇ, ਉਹਨਾਂ ਨੇ ਬੰਦੂਕਾਂ ਚਲਾਈਆਂ, ਉਹਨਾਂ ਨੇ ਤੋਪਾਂ ਚਲਾਈਆਂ ਔਰ ਇਹਨਾਂ ਦੀਆਂ ਜਿਹੜੀਆਂ ਤਲਵਾਰਾਂ ਹੱਥਾਂ ਦੇ ਵਿੱਚ ਹੀ ਚਿੜਚਿੜ ਕਰਦੀਆਂ ਰਹਿ ਗਈਆਂ। ਸੋ ਤਸੱਵਰ ਕਰੋ, ਜੇਕਰ ਉਸ ਵੇਲੇ ਹਿੰਦੁਸਤਾਨ ਦੇ ਪਠਾਨਾਂ ਨੇ ਉਹਨਾਂ ਦੀ ਫੌਜ ਦੇ ਨਾਲ ਮੁਕਾਬਲਾ ਕਰਨ ਦੇ ਲਈ ਜੇ ਤਿਆਰੀ ਹਥਿਆਰਬੰਦ ਤੌਰ ਤੇ ਕੀਤੀ ਹੁੰਦੀ ਤੇ ਸ਼ਾਇਦ ਅੱਜ ਹਿੰਦੁਸਤਾਨ ਦਾ ਨਕਸ਼ਾ ਹੋਰ ਹੁੰਦਾ, ਇਤਿਹਾਸ ਹੀ ਹੋਰ ਹੁੰਦਾ। ਹੋਰ ਗੁਰੂ ਨਾਨਕ ਸਾਹਿਬ ਇਹ ਬਾਣੀ 'ਚ ਸਮਝਾ ਗਏ ਆ। ਔਰ ਇਸ ਕਰਕੇ ਜਿਹੜਾ ਭਾਈ ਜਿਹੜੇ ਹਰਪ੍ਰੀਤ ਸਿੰਘ ਜੀ ਨੇ, ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਦੇ, ਉਹਨਾਂ ਨੇ ਜਿਹੜਾ ਸੰਦੇਸ਼ ਦਿੱਤਾ ਆ ਉਹ ਬੜਾ ਦੂਰਦ੍ਰਿਸ਼ਟੀ ਵਾਲਾ, ਔਰ ਉਹਨੂੰ ਅੱਜ ਅਜੋਕੀਆਂ ਅੰਤਰ ਦ੍ਰਿਸ਼ਟੀਆਂ ਦੇ ਵਿੱਚੋਂ ਵੇਖਣ ਦੀ ਲੋੜ ਆ। ਉਹ ਕਿਉਂ ਵੇਖਣ ਦੀ ਲੋੜ ਆ? ਵਿਸ਼ਵ ਵਿਆਪੀ ਰੂਪ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਵੱਡੇ ਕਬੀਲੇ, ਵੱਡੀਆਂ ਕੌਮਾਂ ਔਰ ਵੱਡੇ ਦੇਸ਼ ਜਿਹੜੇ ਘੱਟ ਗਿਣਤੀ ਕੌਮਾਂ, ਕਬੀਲਿਆਂ ਤੇ ਧਰਮਾਂ ਨੂੰ ਨਿਗਲ ਰਹੇ ਆ, ਔਰ ਸ਼ਸਤਰ ਜਿਹੜਾ ਆ, ਸ਼ਸਤਰ ਦਾ ਸਿਰਫ ਇਹ ਪਛਾਣ ਨਹੀਂ ਹੈ ਕੋਈ ਹਿੰਸਾ ਕਰਦਾ ਆ ਜਾਂ ਕਿਸੇ ਤੇ ਧੱਕਾ ਕਰਦਾ। ਸ਼ਸਤਰ ਦਾ ਇੱਕ ਫਲਸਫਾ ਆ। ਫਲਸਫਾ ਕਿਵੇਂ ਆ ਕਿ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੇ ਯੁੱਧ ਵਿੱਚ ਸਾਨੂੰ ਇੱਕ ਬਹੁਤ ਵੱਡਾ ਦ੍ਰਿਸ਼ਟਾਂਤ ਦੇ ਗਏ ਆ। ਜਿਸ ਵੇਲੇ ਰਾਜਾ ਹਰੀਚੰਦ ਉਹਨਾਂ ਦੇ ਸਾਹਮਣੇ ਆ ਕੇ ਉਹਨਾਂ ਦੇ ਨਾਲ ਟਾਕਰਾ ਕਰਨ ਲੱਗਾ ਤੇ ਗੁਰੂ ਸਾਹਿਬ ਨੇ ਕਿਹਾ ਵੀ ਹਰੀਚੰਦ ਵਾਰ ਕਰ। ਜੇ ਹਰੀਚੰਦ ਨੇ ਪਹਿਲਾ ਵਾਰ ਕੀਤਾ, ਗੁਰੂ ਸਾਹਿਬ ਦੇ ਲਾਗੋਂ ਦੀ ਲੰਘ ਗਿਆ, ਦੂਜਾ ਵਾਰ ਕੀਤਾ, ਦੂਜਾ ਵੀ ਉਹਨਾਂ ਦੇ ਘੋੜੇ ਨੂੰ ਲੱਗਾ, ਤੀਜਾ ਵਾਰ ਗੁਰੂ ਸਾਹਿਬ ਨੇ ਫੇਰ ਕਿਹਾ ਹਰੀਚੰਦ ਵਾਰ ਕਰ, ਤੇਰੇ ਮਨ 'ਚ ਹਿਰਖ ਨਾ ਰਹਿ ਜੇ ਕਿ ਮੈਂ ਪਹਿਲਾ ਵਾਰ ਨਹੀਂ ਕੀਤਾ।
ਤੀਜਾ ਵਾਰ ਜਦੋਂ ਗੁਰੂ ਸਾਹਿਬ ਦੇ ਕੀਤਾ, ਉਹਨਾਂ ਦੀ ਜਿਹੜੀ ਪੇਟੀ ਬੰਨੀ ਸੀ ਲੱਕ ਦੇ, ਉਹਦਾ ਜਿਹੜਾ ਤੀਰ ਸੀਗਾ ਥੋੜਾ ਜਿਹਾ ਪੇਟੀ ਨੂੰ ਵਿੱਚੋਂ ਚੀਰ ਕੇ ਉਹਨਾਂ ਦੇ ਸਰੀਰ ਦੇ ਵਿੱਚ ਮਾੜਾ ਜਿਹਾ ਛੋਇਆ, ਤਾਂ ਗੁਰੂ ਸਾਹਿਬ ਨੇ ਉਦੋਂ ਉਚਾਰਨ ਕੀਤਾ, ਜਬੈ ਬਾਣ ਲੱਗ ਗਿਓ ਤਬੈ ਰੋਸ ਜਾਗਿਓ। ਤੇ ਗੁਰੂ ਸਾਹਿਬ ਨੇ ਜਦੋਂ ਮੋੜਵਾਂ ਵਾਰ ਕੀਤਾ, ਪਹਿਲੇ ਤੀਰ ਦੇ ਨਾਲ ਹੀ ਥਾਂ ਢੇਰੀ ਕਰ ਦਿੱਤਾ। ਸਿੱਖ ਦਾ ਸ਼ਸਤਰ ਚਲਾਉਣ ਦਾ ਇਹ ਫਲਸਫਾ ਹੈ, ਪਹਿਲਾ ਵਾਰ ਨਹੀਂ ਕਰਨਾ ਔਰ ਆਪਣਾ ਜਿਹੜੀ ਆਤਮ ਰੱਖਿਆ ਦੇ ਲਈ ਜਿਹੜਾ ਉਹਨੂੰ ਚਲਾਉਣਾ। ਦਸਮ ਪਾਤਸ਼ਾਹ ਨੇ 14 ਜੰਗਾਂ ਲੜੀਆਂ, ਇੱਕ ਵੀ ਜੰਗ ਪਹਿਲ ਨਹੀਂ ਕੀਤੀ ਗੁਰੂ ਸਾਹਿਬ ਨੇ। 14 ਦੀਆਂ 14 ਜੰਗਾਂ ਜਿਹੜੀਆਂ ਆਤਮ ਰੱਖਿਆ ਦੇ ਲਈ ਔਰ ਮੋੜਵਾਂ ਜਵਾਬ ਦੇਣ ਦੇ ਲਈ, ਜਰਵਾਣੇ ਦੀ ਭਖਿਆ ਮਜਲੂਮ ਦੀ ਰੱਖਿਆ ਦੇ ਲਈ ਕੀਤੀ। ਸੋ ਜਿਹੜੇ ਲੋਕ ਅੱਜ ਸ਼ਸਤਰਾਂ ਦੀ ਮਰਿਆਦਾ ਤੇ ਸ਼ਸਤਰਾਂ ਦੇ ਜਿਹੜੇ ਸਿੰਘ ਸਾਹਿਬ ਨੇ ਜਿਹੜਾ ਹੁਕਮ ਕੀਤਾ ਕਿ ਸਿੱਖ ਸ਼ਸਤਰਧਾਰੀ ਹੋਵੇ, ਜਿਹੜੇ ਉਹਦੇ ਤੇ ਟੀਕਾ ਟਿੱਪਣੀ ਕਰਦੇ, ਉਹਨਾਂ ਨੂੰ ਸਿੱਖ ਬਿਰਤਾਂਤ ਔਰ ਸਿੱਖ ਰਵਾਇਤ ਤੋਂ ਜਾਣੂ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣਾ ਪੈ ਰਿਹਾ। ਬ੍ਰੇਕ ਤੋਂ ਬਾਅਦ ਆਪਾਂ ਫਿਰ ਮੁੜ ਤੋਂ ਹਾਜ਼ਰ ਹੋਣੇ ਆ। ਬੜੇ ਸਾਰੇ ਚਰਚਾਵਾਂ ਹਜੇ ਹੋਰ ਅੱਗੇ ਲੈ ਕੇ ਜਾਵਾਂਗੇ, ਕਿਉਂਕਿ ਵਾਰ-ਵਾਰ ਸਵਾਲ ਇਹ ਕੀਤਾ ਜਾਂਦਾ ਕਿ ਉਹ ਮੁਗਲਾਂ ਦਾ ਟਾਈਮ ਸੀਗਾ, ਮੁਗਲਾਂ ਦੇ ਟਾਈਮ ਤੇ ਸਾਨੂੰ ਖਤਰਾ ਸੀਗਾ। ਅੱਜ ਦੀ ਤਰੀਕ ਦੇ ਵਿੱਚ ਕਿਹੜਾ ਅਜਿਹਾ ਖਤਰਾ ਹੈ ਕਿ ਸਾਨੂੰ ਇਹ ਰਿਵਾਲਵਰ ਜਾਂ ਸਾਨੂੰ ਅਜਿਹਾ ਅਸਲਾ ਰੱਖਣਾ ਪਵੇ? ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਖਾਸ ਵਿਚਾਰ ਚਰਚਾ ਜਾਰੀ ਹੈ। ਸਾਕਾ ਨੀਲਾ ਤਾਰਾ ਤੇ ਸਾਕਾ ਨੀਲਾ ਤਾਰਾ ਦੀ ਬਰਸੀ ਦੌਰਾਨ ਜੱਦਾਰ ਸਾਹਿਬ ਵੱਲੋਂ ਦਿੱਤਾ ਗਿਆ ਭਾਸ਼ਣ ਜਾਂ ਜੱਦਾਰ ਸਾਹਿਬਾਨ ਵੱਲੋਂ ਕੌਮ ਨੂੰ ਸੰਦੇਸ਼। ਇੰਦਰਪਾਲ ਸਿੰਘ ਜੀ, ਮੈਂ ਇਹ ਸਵਾਲ ਨੂੰ ਦੁਬਾਰਾ ਇੱਕ ਵਾਰ ਫਿਰ ਤੋਂ ਦੁਹਰਾ ਰਿਹਾ, ਕਿਉਂਕਿ ਨਾ ਸਿਰਫ ਪੋਲੀਟੀਕਲ ਪਾਰਟੀਆਂ, ਬੜੇ ਸਾਰੇ ਲੋਕ ਵੀ ਇਹ ਸਵਾਲ ਚੁੱਕ ਰਹੇ ਨੇ ਕਿ ਕੀ ਅੱਜ ਦੀ ਤਰੀਕ ਦੇ ਵਿੱਚ ਇਹ ਚੀਜ਼ਾਂ ਤੁਸੀਂ ਇਤਿਹਾਸ ਨਾਲ ਜੋੜ ਕੇ ਕਿਵੇਂ ਦੇਖ ਸਕਦੇ ਹੋ? ਇਤਿਹਾਸ ਦੇ ਵਿੱਚ ਮੁਗਲਾਂ ਵੱਲੋਂ ਅਟੈਕ ਕੀਤਾ ਜਾਂਦਾ ਸੀਗਾ, ਪਹਾੜੀ ਰਾਜਿਆਂ ਵੱਲੋਂ ਕੀਤਾ ਜਾਂਦਾ ਸੀ, ਹਾਲਾਤ ਇਦਾਂ ਦੇ ਨਹੀਂ ਸੀਗੇ। ਅੱਜ ਇੱਕ ਲੋਕਤੰਤਰਿਕ ਦੇਸ਼ ਹੈ, ਮੁਲਕ ਹੈ, ਜਿੱਥੇ ਪੁਲਿਸ ਵੀ ਹੈ, ਕਾਨੂੰਨ ਵੀ ਹੈ, ਕੋਰਟ ਕਚਹਿਰੀਆਂ ਵੀ ਨੇ। ਅਜਿਹੇ ਮਾਹੌਲ ਦੇ ਵਿੱਚ ਤੁਹਾਨੂੰ ਸ਼ਸਤਰਾਂ ਦੀ ਜ਼ਰੂਰਤ ਕੀ ਹੈ? ਪਹਿਲਾਂ ਹੀ ਪੰਜਾਬ ਗਨ ਕਲਚਰ ਕਰਕੇ ਕਿਹੜੇ ਮੋੜ ਤੇ ਖੜਾ ਹੈ, ਕਿਹੜੇ ਮੁਹਾਂਦਰੇ ਤੇ ਖੜਾ ਹੈ। ਇੱਕ ਜਵਾਨ ਮੌਤ ਹੁਣੇ ਹੋਈ ਹੈ ਸਿੱਧੂ ਮੂਸੇਵਾਲੇ ਦੀ, ਉਹਦਾ ਇੱਕ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਗਨ ਕਲਚਰ ਨੂੰ ਪ੍ਰਮੋਸ਼ਨ ਕਰਨਾ ਕਿਤੇ ਨਾ ਕਿਤੇ ਇਸ ਮੌਤ ਦਾ ਕਾਰਨ ਰਿਹਾ। ਤੇ ਕੀ ਉਸ ਚੀਜ਼ ਨੂੰ ਜਥੇਦਾਰ ਸਾਹਿਬਾਨ ਦੇ ਬਿਆਨ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ? ਤਰੀਕਾ ਵੱਖੋ ਵੱਖਰਾ ਹੋ ਸਕਦਾ ਹੈ ਗਨ ਕਲਚਰ ਨੂੰ ਪ੍ਰਮੋਟ ਕਰਨ ਦਾ, ਪਰ ਕੀ ਨਿਚੋੜ ਇੱਕੋ ਨਹੀਂ ਹੈ? ਇਹ ਸਰਪ੍ਰੀਤ ਸਿੰਘ ਜੀ, ਤੁਸੀਂ ਜੇ ਸਿੰਘ ਸਾਹਿਬ ਦਾ ਪੂਰਾ ਲੈਕਚਰ ਧਿਆਨ ਨਾਲ ਸੁਣੋ, ਉਹਦੇ 'ਚ ਉਹਨਾਂ ਨੇ ਇਕੱਲੇ ਹਥਿਆਰਾਂ ਦੀ ਗੱਲ ਨਹੀਂ ਕੀਤੀ। ਬਾਬਰ ਬਾਣੀ ਦਾ ਅਸੀਂ ਹੁਣੇ ਜ਼ਿਕਰ ਕਰ ਰਹੇ ਸੀਗੇ, ਗੁਰੂ ਨਾਨਕ ਦੇਵ ਜੀ ਹੱਲੇ ਵੇਲੇ, ਉਦੋਂ ਉਹਨਾਂ ਨੇ ਸ਼ਬਦ ਤੇ ਗੁਰੂ ਸਾਹਿਬ ਨੇ ਕਿਹਾ ਸੀਗਾ, ਅੱਗੇ ਜੇ ਸੋ ਚੇਤਿਅਨ ਤਾਂ ਕਾਇਤ ਮਿਲੇ ਸਜਾਏ। ਜੇ ਪਹਿਲਾਂ ਹੀ ਤੁਸੀਂ ਪ੍ਰਬੰਧ ਕੀਤੇ ਹੁੰਦੇ ਤੇ ਤੁਹਾਨੂੰ ਇਹ ਸਜ਼ਾ ਨਾ ਮਿਲਦੀ। ਯਹੂਦੀਆਂ ਦੀ ਵੀ ਗੱਲ ਕੀਤੀ, ਯਹੂਦੀਆਂ। ਹੁਣ ਸਿੰਘ ਸਾਹਿਬ ਨੇ ਜਿਹੜੀ ਇਹ ਗੱਲ ਕੀਤੀ ਹੈ, ਉਹਨਾਂ ਨੇ ਨੌਜਵਾਨਾਂ ਨੂੰ ਰਵਾਇਤੀ ਗੱਤਕਾ ਦੀ ਗੱਲ ਕੀਤੀ ਹੈ, ਮੱਲ ਅਖਾੜਿਆਂ ਦੀ ਜੋ ਗੁਰੂ ਅੰਗਦ ਸਾਹਿਬ ਨੇ ਸ਼ੁਰੂ ਕੀਤੇ ਸੀ ਉਹਦੀ ਗੱਲ ਕੀਤੀ ਹੈ। ਫਿਰ ਉਹਨਾਂ ਨੇ ਜੋ ਧਰਮ ਪਰਿਵਰਤਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ, ਉਹਦੇ ਲਈ ਉਹਨਾਂ ਨੇ ਜਿੰਨਾ ਸਾਡਾ ਪ੍ਰਚਾਰਕ ਤਬਕਾ ਹੈ, ਜਿੰਨੇ ਸਾਡੇ ਸਾਧ ਸੰਤ ਹੈਗੇ, ਸੰਤ ਸਮਾਜ ਹੈ, ਉਹਨਾਂ ਨੂੰ ਵੀ ਏਸੀ ਕਲਚਰ ਚੋਂ ਬਾਹਰ ਨਿਕਲ ਕੇ ਆ ਕੇ ਪ੍ਰਚਾਰ ਦੇ ਪਿੜ ਵਿੱਚ ਕੁੱਦਣ ਦੀ ਗੱਲ ਕੀਤੀ ਹੈ। ਫਿਰ ਉਹਨਾਂ ਨੇ ਨੌਜਵਾਨਾਂ ਨੂੰ ਸੇਧ ਦਿੱਤੀ ਹੈ ਕਿ ਤੁਸੀਂ ਦੁਨੀਆ ਦੇ ਇੰਨੀ ਐਜੂਕੇਸ਼ਨ ਲਓ ਕਿ ਦੁਨੀਆ ਦੇ ਹਰ ਸ਼ੋਬੇ ਵਿੱਚ ਜਾ ਕੇ ਤੁਸੀਂ ਯਹੂਦੀਆਂ ਵਾਂਗੂ ਉੱਥੋਂ ਦੀ ਜਿਹੜੀ ਆਰਥਿਕ ਸ਼ਕਤੀ ਤੇ ਤੁਸੀਂ ਭਾਰੂ ਪੈ ਜਾਓ। ਇਹ ਮਤਲਬ ਕਿੰਨੇ ਸੰਦੇਸ਼ ਦੇ ਵਿੱਚ ਕਿੰਨੇ ਮਲਟੀਫੇਸਡ ਉਹਨਾਂ ਨੇ ਗੱਲਾਂ ਕੀਤੀਆਂ। ਜਿਹੜਾ ਮੈਂ ਤੁਹਾਨੂੰ ਫੇਰ ਗੱਲ ਕਹੀ ਹੈ, ਬੁੱਟਰ ਸਾਹਿਬ ਨੇ ਵੀ ਉਹਨੂੰ ਗੱਲ ਵਾਰ-ਵਾਰ ਕਹੀ ਹੈ, ਸਿੱਖ ਧਰਮ ਦੇ ਵਿੱਚ ਜਿਹੜਾ ਸ਼ਸਤਰ ਹੈ, ਤੁਸੀਂ ਇਹਨੂੰ ਲੱਗ ਨਹੀਂ ਕਰਦੇ। ਸਿੱਖ ਧਰਮ ਨੂੰ ਤੁਸੀਂ ਥੋੜਾ ਜਿਹਾ ਆਪਾਂ ਰੱਖੀਏ, ਅਸੀਂ ਭਾਰਤੀ ਸੰਸਕ੍ਰਿਤੀ ਦੀ ਗੱਲ ਕਰੀਏ। ਜੀ ਜੀ, ਸਿੰਘ ਸਾਹਿਬ ਵੀ ਇਹ ਗੱਲ ਕਹਿੰਦੇ ਆ, ਤੁਸੀਂ ਕ੍ਰਿਸ਼ਨ ਜੀ ਨੂੰ ਸੁਦਰਸ਼ਨ ਚੱਕਰ ਤੋਂ ਵੱਖ ਨਹੀਂ ਕਰ ਸਕਦੇ, ਤੁਸੀਂ ਸ਼ਿਵ ਜੀ ਨੂੰ ਤ੍ਰਿਸ਼ੂਲ ਤੋਂ ਵੱਖ ਨਹੀਂ ਕਰ ਸਕਦੇ। ਤੁਸੀਂ ਜੇ ਮੈਂ ਤੁਹਾਨੂੰ ਪਿਛਲੀ ਚਰਚਾ 'ਚ ਵੀ ਗੱਲ ਕਹੀ ਸੀ ਕਿ ਜਿਹੜੀ ਮਹਾਭਾਰਤ ਹੈ ਉਹ ਗੀਤਾ ਜੰਗ ਜਿਹਨੂੰ ਅਸੀਂ ਕਰਮ ਦਾ ਸਿਧਾਂਤ ਮੰਨ ਕੇ ਦੁਨੀਆ 'ਚ ਪ੍ਰਚਾਰਦੇ ਆ, ਉਹ ਜੰਗ ਦੇ ਮੈਦਾਨ 'ਚ ਰਚੀ ਗਈ ਹੈ। ਜੇ ਗੀਤਾ ਨਾ ਰਚੀ ਜਾਂਦੀ ਮਹਾਭਾਰਤ ਨਹੀਂ ਸੀ ਹੋਣਾ, ਕਿਉਂਕਿ ਉਸ ਵਕਤ ਜਦੋਂ ਅਰਜਨ ਨੇ ਹਥਿਆਰ ਸੁੱਟੇ, ਤੂੰ ਕਿਹਾ ਮੇਰੇ ਸਾਹਮਣੇ ਮੇਰੇ ਚਾਚੇ ਤਾਏ ਖੜੇ, ਮੇਰੇ ਕਜ਼ਨ ਜਿਹੜੇ ਮੇਰੇ ਖੜੇ ਆ, ਆਪਣਾ ਚਾਚੇ ਤਾਏ ਦੇ ਪੁੱਤਰ ਖੜੇ, ਮੇਰੇ ਭੀਸ਼ਮ ਪਿਤਾਮਾ ਖੜੇ, ਮੇਰਾ ਗੁਰੂ ਦਰੋਣਾਚਾਰਿਆ ਖੜਿਆ, ਮੇਰਾ ਗੁਰੂ ਕਿਰਪਾਚਾਰਿਆ, ਗੁਰੂਕੁਲ ਜਿਹੜਾ ਜਿਹਨੂੰ ਸੀ ਕੁਲ ਗੁਰੂ ਕਹਿੰਦੇ ਸੀ, ਮੀਨਾ ਦੇ ਮੈਂ ਹਥਿਆਰ ਕਿਵੇਂ ਚੱਕਾਂ? ਉਸ ਵਕਤ ਕ੍ਰਿਸ਼ਨ ਜੀ ਨੇ ਉਹਨੂੰ ਕਰਮ ਦਾ ਸਿਧਾਂਤ ਦ੍ਰਿੜ ਕਰਾਇਆ ਵੀ ਇਹ ਤੇਰਾ ਕਰਮ ਹੈ, ਜਿਹੜੇ ਸਾਹਮਣੇ ਤੈਨੂੰ ਆਪਣੇ ਪੁੱਤਰ ਭਤੀਜੇ ਜਾਂ ਭਾਈ ਲਿਖ ਰਹੇ ਆ, ਇਹ ਮਵਾਦੀ ਫੋੜੇ ਆ, ਕੈਂਸਰ ਦੇ ਫੋੜੇ ਆ ਸਮਾਜ ਦੇ ਉੱਤੇ, ਇਹ ਧਰਮ ਦੇ ਨਾਲ ਖੜੇ ਆ, ਇਸ ਧਰਮ ਨੂੰ ਦੂਰ ਕਰਨ ਲਈ ਤੇਰੇ ਹੱਥੋਂ ਇਹ ਸ਼ਸਤਰ ਚੱਕੇ ਜਾਣੇ ਆ। ਉਹ ਗੀਤਾ ਦਾ ਸਿਧਾਂਤ ਉਹਨੂੰ ਦਿੱਤਾ ਸੀ ਵੀ ਇਹ ਜੋ ਤੂੰ ਕਰ ਰਿਹਾ ਜਾਇਜ਼ ਹੈ। ਉਹ ਅਰਜਨ ਨੇ ਕੀਤਾ, ਉਹ ਜੋ ਕ੍ਰਿਸ਼ਨ ਜੀ ਨੇ ਉਹਨੂੰ ਦਿੱਤਾ ਸੰਦੇਸ਼ ਗੀਤਾ ਦਾ, ਉਹਦੇ ਤੇ ਉਹਨੇ ਅਮਲ ਕਰਕੇ ਉਹ ਜੋ ਉਸ ਸੀਗਾ ਉਸ ਵਕਤ ਦਾ ਕਰਤੱਵ ਨੇ ਆਪਣਾ ਪੂਰਾ ਕੀਤਾ। ਉਹਨੂੰ ਅਸੀਂ ਆਪਣੇ ਕਿਵੇਂ ਦੂਰ ਕਰ ਸਕਦੇ ਹਾਂ? ਫਿਰ ਗੁਰੂ ਸਾਹਿਬ ਨੇ ਜਦੋਂ ਸ਼ਸਤਰਾਂ ਦੀ ਗੱਲ ਕੀਤੀ ਤੇ ਉਹਨਾਂ ਨੇ
ਕਿੱਡੀ ਵਧੀਆ ਖੂਬਸੂਰਤ ਗੱਲਾਂ ਖਾਲਸਾ ਫੌਜ ਦੀਆਂ ਸਾਡੀਆਂ ਅਸੀਂ ਨਹੀਂ ਲਿਖ ਰਹੇ ਜੀ ਜੀ, ਉਹ ਆਪ ਇਹ ਜਿਹੜਾ ਉਹ ਕਾਜੀ ਨੂਰ ਮੁਹੰਮਦ ਸੀ ਜਿਹੜਾ ਸਿੱਖਾਂ ਨੂੰ ਸੱਗ ਕਹਿ ਕੇ ਪੰਜਾਬੀ ਕੁੱਤੇ ਸ਼ਬਦ ਕਹਿ ਕੇ ਬੋਲਦਾ ਸੀ ਵੀ ਇਹ ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕਰਦੇ, ਇਹ ਨਿਹੱਥੇ ਦੁਸ਼ਮਣ ਤੇ ਵਾਰ ਨਹੀਂ ਕਰਦੇ, ਇਹ ਔਰਤਾਂ ਤੇ ਬੱਚਿਆਂ ਤੇ ਵਾਰ ਨਹੀਂ ਕਰਦੇ। ਉਸ ਮਤਲਬ ਕਿ ਜਿਹੜਾ ਖਾਲਸਾ ਫੌਜ ਦੇ ਸ਼ਸਤਰਾਂ ਦਾ ਜਿਹੜਾ ਸਿਧਾਂਤ ਜਿਹੜਾ ਤੁਸੀਂ ਵੀ ਸਾਹਮਣੇ ਕੀਤਾ ਹੈ ਕਿ ਸ਼ਸਤਰ ਕੇ ਅਧੀਨ ਹੈ ਰਾਜ, ਗੁਰੂ ਸਾਹਿਬ ਨੇ ਸੰਤ ਸਿਪਾਹੀ ਦਾ ਭਗਤੀ ਤੇ ਸ਼ਕਤੀ ਦੀ ਗੱਲ ਕੀਤੀ ਸੀ, ਸ਼ਾਸਤਰ ਤੇ ਸ਼ਸਤਰ ਦੀ ਗੱਲ ਕੀਤੀ ਸੀ। ਇੰਦਰਪਾਲ ਸਿੰਘ ਜੀ, ਤੁਹਾਨੂੰ ਲੱਗਦਾ ਕਿ ਇਹਦਾ ਮਿਸਯੂਜ਼ ਵੀ ਹੋ ਸਕਦਾ Mis- ਅੱਜ ਦੀ ਤਰੀਕ ਦੇ ਜੇ- ਵਿੱਚ? ਅਸੀਂ ਜੇ- ਸੰਦਰਭ ਤਾਂ ਮੰਨ ਲਿਆ, ਅਸੀਂ ਫਲਸਫਾ ਤਾਂ ਚੱਕ ਲਿਆ ਪਿੱਛੇ ਵਾਲਾ, ਪਰ ਕੀ ਉਦਾਂ ਦਾ ਫਲਸਫਾ ਕੈਰੀ ਫਾਰਵਰਡ ਹੋਇਆ? ਉਦਾਂ ਦੀਆਂ ਚੀਜ਼ਾਂ ਅੱਜ ਦੇ ਸਿੱਖ ਨੌਜਵਾਨ ਦੇ ਵਿੱਚ ਨਜ਼ਰ ਆਉਂਦੀਆਂ? ਬਿਲਕੁਲ ਗੁਰੂ ਸਾਹਿਬ ਜਿਹੜਾ ਸਿੰਘ ਸਾਹਿਬ ਨੇ ਜੋ ਸੰਦੇਸ਼ ਦਿੱਤਾ ਹੈ, ਅੱਜ ਵੀ ਦਿੱਤਾ ਜਾਂ ਪਹਿਲਾਂ ਵੀ ਦਿੱਤਾ ਹੈ, ਉਹ ਬਾਣੀ ਦੇ ਬਾਣੇ ਨਾਲ ਜੁੜੇ ਸਿੱਖਾਂ ਨੂੰ ਦਿੱਤਾ ਹੈ। ਉਹਨਾਂ ਨੇ ਆਮ ਲੋਕਾਂ ਨੂੰ ਨਹੀਂ ਕਿਹਾ, ਆਮ ਪੰਜਾਬੀਆਂ ਨੂੰ ਨਹੀਂ ਕਿਹਾ, ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਕਿਹਾ ਜਿਹੜੇ ਪਹਿਲਾਂ ਬਾਣੀ ਨਾਲ ਜੁੜਨਗੇ। ਸ਼ਸਤਰਾਂ ਦੀ ਗੱਲ ਬਾਅਦ ਚ ਹੈ, ਮੈਂ ਤੁਹਾਨੂੰ ਪਹਿਲਾਂ ਕਿਹਾ, ਪਹਿਲਾਂ ਸੰਤ ਹੈ, ਸਿਪਾਹੀ ਬਾਅਦ ਚ ਹੈ, ਭਗਤੀ ਪਹਿਲਾਂ, ਸ਼ਕਤੀ ਬਾਅਦ ਚ ਹੈ। ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਇਸੇ ਪਲੇਟਫਾਰਮ ਤੇ ਕਿ ਜਦੋਂ ਵਿਸ਼ਵਾਮਿੱਤਰ ਨੇ ਦਸ਼ਰਥ ਨੂੰ ਕਿਹਾ ਕਿ ਇੱਥੇ ਰਾਖਸ਼ ਆ ਕੇ ਸਾਡੀ ਤਪੱਸਿਆ ਭੰਗ ਕਰਦੇ ਆ, ਲਿਖੀ ਵੀ ਜਿੰਨੇ ਅਸੀਂ ਰਿਸ਼ੀ ਮੁਨੀ ਇੱਥੇ ਤਪੱਸਿਆ ਕਰਦੇ ਆ ਜਾਂ ਹਵਨ ਯੱਗ ਕਰਦੇ ਆ, ਉਦੋਂ ਦਸ਼ਰਥ ਜੀ ਨੇ ਭੇਜਿਆ ਰਾਮਚੰਦਰ ਜੀ ਨੂੰ ਤੇ ਲక్ష్మణ ਜੀ ਨੂੰ, ਹਥਿਆਰ ਲੈ ਕੇ ਗਏ। ਉਸ ਵਕਤ ਇੱਕ ਸਿਧਾਂਤ ਸਾਹਮਣੇ ਆਇਆ, ਉਸ ਮਾਲਾ ਦਾ ਕੀ ਫਾਇਦਾ ਜਿਹਨੂੰ ਜਦੋਂ ਮਰਜ਼ੀ ਕੋਈ ਖੋ ਕੇ ਲੈ ਜਾਵੇ। ਜੇ ਤੁਸੀਂ ਉਸ ਮਾਲਾ ਦੀ ਰਾਖੀ ਕਰਨ ਦੇ ਸਮਰੱਥ ਨਹੀਂ ਹੈਗੇ, ਤੁਹਾਨੂੰ ਉਸ ਮਾਲਾ ਨੂੰ ਪਾਉਣ ਦਾ ਵੀ ਅਧਿਕਾਰ ਨਹੀਂ ਹੈ। ਮਤਲਬ ਇਹ ਸਾਡੀ ਭਾਰਤੀ ਸੰਸਕ੍ਰਿਤੀ ਹੈ। ਸਿੱਖ ਫਿਲਾਸਫੀ ਤਾਂ ਬਾਅਦ ਚ ਆਈ ਹੈ ਨਾ, ਇਹ ਭਾਰਤੀ ਸੰਸਕ੍ਰਿਤੀ ਹੈ। ਤੇ ਇਹ ਜਿਹੜੇ ਇਸ ਤੇ ਪਹਿਰਾ ਦਿੱਤਾ, ਹੁਣੀ ਗੱਲ ਕਰ ਰਹੇ ਸੀ ਨਾ ਬਾਬਰ ਦੀ ਜੀ, ਵੀ ਅਸੀਂ ਕਹੇ ਜੀ ਮੰਤਰਾਂ ਜੰਤਰਾਂ ਨਾਲ ਦੂਰ ਕਰ ਲਾਂਗੇ, ਤੇ ਉਹਨਾਂ ਨੇ ਕਿਹਾ ਕੋਈ ਮੁਗਲ ਨਾ ਹੋ ਆਂਦਾ ਕਿ ਇਹਨਾਂ ਨੇ ਪਰਚਾ ਲਾਇਆ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਉਹ ਅਸੀਂ ਮੁਕਾਬਲਾ ਨਹੀਂ ਕਰ ਸਕੇ। ਜਿਹਦਾ ਜਦੋਂ ਦਿਲ ਕਰਦਾ ਸੀ, ਇਹ ਸਾਡੀ ਹਿਸਟਰੀ, ਮੈਂ ਕਈ ਵਾਰ ਕਹਿੰਦਾ ਜਿਹੜੀ ਭਾਰਤ ਦੀ ਹਿਸਟਰੀ ਆਫ ਇਨਵੇਡਰਸ ਹੈ। ਇਹ ਤਾਂ ਜਿਹੜਾ ਜਿਹਦਾ ਦਿਲ ਕਰਦਾ ਸਾਨੂੰ ਲੁੱਟਣ ਆ ਜਾਂਦਾ ਸੀ। ਮਹਿਮੂਦ ਗਜਨਵੀ 18 ਹੱਲੇ ਕੀਤੇ, ਸੋਮਨਾਥ ਦਾ ਮੰਦਿਰ ਲੁੱਟਿਆ। ਉਸ ਤੋਂ ਬਾਅਦ ਅਬਦਾਲੀ ਜਦੋਂ ਦਿਲ ਕਰਦਾ ਸੀ ਆ ਜਾਂਦਾ ਸੀ। ਤੇ ਪੰਜਾਬ 'ਚ ਤਾਂ ਕਹਾਵਤ ਹੀ ਮਸ਼ਹੂਰ ਸੀ ਕਿ ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਮਤਲਬ ਇਹ ਉਹ ਚੀਜ਼ ਨੂੰ ਪਲੱਗ ਕਿਹਨੇ ਕੀਤਾ, ਰੋਕਿਆ ਕਿਹਨੇ? ਉਹ ਦਰਾ ਖੈਬਰ ਤੇ ਜਿੱਥੋਂ ਆਉਂਦੇ ਸੀਗੇ, ਉਹ ਨਾਕੇ ਉੱਥੇ ਪੱਕਾ ਜਿਹੜਾ ਨਾਕਾ ਲਾਇਆ ਕਿਹਨੇ? 50 ਸਾਲ ਜਿਹੜਾ ਰਾਜ ਸ਼ਾਹ ਮੁਹੰਮਦਾ ਜਾਨ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਉਸ ਰਾਜ ਦੀ ਅੱਜ ਵੀ ਗੱਲਾਂ ਹੁੰਦੀਆਂ, ਅੱਜ ਵੀ ਉਹਨੂੰ ਦੁਨੀਆ ਦਾ ਬੈਸਟ ਗਵਰਨੈਂਸ ਮੰਨਿਆ ਗਿਆ। ਉਸ ਮਤਲਬ ਕਿ ਉਹਦੇ ਚ ਸਭ ਕੁਝ ਸੀ, ਇਕੱਲਾ ਹਥਿਆਰਾਂ ਦੀ ਗੱਲ ਨਹੀਂ ਸੀ। ਹਥਿਆਰਾਂ ਲਈ ਜਨਰਲ ਸੀਗੇ, ਉੱਥੇ ਫਕੀਰ ਜੀਜੂਦੀਨ ਵੀ ਬੈਠਾ ਸੀ ਵਿਦੇਸ਼ ਮੰਤਰੀ, ਉੱਥੇ ਜਨਰਲ ਅਲਾਰਡ ਨੂੰ ਲਿਆਂਦਾ ਗਿਆ, ਉੱਥੇ ਵੈਂਤੂਰੇ ਨੂੰ ਲਿਆਂਦਾ ਗਿਆ ਇਟਲੀ ਤੋਂ, ਜਨਰਲ ਅਲਾਰਡ ਫਰਾਂਸ ਤੋਂ ਆਇਆ ਸੀ। ਜਿੱਥੋਂ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਟੈਲੈਂਟ ਮਿਲਿਆ ਉਹ ਲੈ ਕੇ ਆਏ। ਬਿਲਕੁਲ, ਮਤਲਬ ਉਹ ਰਾਜ ਦੀ ਕਾਮਨਾ, ਉਹ ਰਾਜ ਸ਼ਸਤਰ ਕੇ ਅਧੀਨ ਜਿਹੜੀ ਰਾਜ ਹੈ। ਕਿਉਂਕਿ ਜੋ ਕਹਿੰਦੇ ਨੇ, ਇਫ ਯੂ ਵਾਂਟ ਪੀਸ ਯੂ ਸ਼ੁੱਡ ਬੀ ਪ੍ਰੀਪੇਅਰਡ ਫॉर द ਵਾਰ। ਮਤਲਬ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਯੁੱਧ ਲਈ ਤਿਆਰ ਰਹਿਣਾ ਪਏਗਾ। ਉਹਦੇ ਲਈ ਸਾਨੂੰ, ਇਹ ਸਾਡੇ ਹਰ ਦੇਸ਼ਾਂ ਦਾ ਸੰਕਲਪ ਹੈ। ਅਸੀਂ ਐਟੋਮਿਕ ਪਾਵਰ ਲੈ ਰਹੇ ਹਾਂ, ਅਸੀਂ ਦੂਜੇ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਉਹ ਇਸੇ ਕਰਕੇ ਸ਼ਾਂਤੀ ਪੈਦਾ ਕਰਨ ਲਈ, ਇਹ ਥੋੜੀ ਕਿ ਸ਼ਾਂਤੀ ਦਾ, ਸੁਰੱਖਿਆ ਦਾ ਇੱਕ ਜਿਹੜਾ ਅਹਿਸਾਸ ਆਪਣੇ ਸ਼ਹਿਰੀਆਂ 'ਚ ਪੈਦਾ ਕਰਨ ਲਈ ਅਸੀਂ ਹਥਿਆਰਾਂ ਨੂੰ ਕਰ ਰਹੇ ਹਾਂ। ਠੀਕ ਹੈ, ਨਾਲੇ ਤੁਹਾਡੇ ਦੁਸ਼ਮਣ ਨੂੰ ਵੀ ਪਤਾ ਹੋਵੇ ਕਿ ਇਹ ਤਿਆਰ ਪਰ ਤਿਆਰ ਨੇ, ਇਦਾਂ ਹੀ ਨਹੀਂ ਹਮਲਾ ਕਰ ਦੇਣਾ। ਬੁੱਟਰ ਸਾਹਿਬ, ਇੱਕ ਗੱਲ ਜਿਹੜੀ ਮੈਂ ਵਾਰ-ਵਾਰ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਅੱਜ ਦੇ ਮੌਜੂਦਾ ਸਥਿਤੀ ਦੇ ਵਿੱਚ ਬੜੇ ਸਾਰੇ ਲੋਕ ਕਹਿੰਦੇ ਨੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆਪਾਂ ਦੇਖੀ ਹੈ, ਇਹਦੇ ਨਾਲ ਹੀ ਐਡ ਆਨ ਕਰ ਦੇਣਾ, ਤੁਸੀਂ ਕਹਿ ਰਹੇ ਹੋ ਕਿ ਘੱਟ ਗਿਣਤੀਆਂ ਦੇ ਖਿਲਾਫ ਜਿਵੇਂ ਦਾ ਮਾਹੌਲ ਸਿਰਜਿਆ ਗਿਆ ਜਾਂ ਇੱਕ ਬੇਗਾਨਗੀ ਦੀ ਭਾਵਨਾ ਜਿਹੜੀ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਆਈ ਹੈ, ਇਹ ਵੀ ਇੱਕ ਰੀਜ਼ਨ ਹੋ ਸਕਦਾ ਕਿ ਉਹਨਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਹੋਵੇ। ਅਸੀਂ ਅੱਜ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇਖ ਹੀ ਰਹੇ ਹਾਂ ਨਾ। ਮੈਂ ਹੁਣੇ ਥੋੜੀ ਦੇਰ ਪਹਿਲਾਂ ਇੱਕ ਸਟੋਰੀ ਕਰਕੇ ਆਇਆ, ਉਹ ਕਹਿ ਰਹੇ ਨੇ ਕਿ ਅਸੀਂ ਗਨ ਹਾਊਸ ਵਾਲਿਆਂ ਨਾਲ ਗੱਲ ਕੀਤੀ, ਕਹਿੰਦੇ ਜੀ 102% ਸਾਡੇ ਕੋਲ ਗਿਣਤੀ ਵੱਧ ਗਈ ਹੈ ਕਿ ਸਾਨੂੰ ਹਥਿਆਰ ਚਾਹੀਦੇ ਨੇ। ਦੇਖੋ ਹਰਪ੍ਰੀਤ ਜੀ, ਕੁਝ ਹੀ ਦਿਨ ਪਹਿਲਾਂ ਪੰਜਾਬ ਦੇ ਜਿਹੜੇ ਡੀਜੀਪੀ ਨੇ ਵੀਕੇ ਭਾਵੜਾ ਜੀ, ਉਹਨਾਂ ਦੀ ਇੱਕ ਸਟੇਟਮੈਂਟ ਆਈ ਸੀ, ਤੁਹਾਡੇ ਟੀਵੀਆਂ ਤੇ ਵੀ ਬਹੁਤ ਚੱਲੀ ਆ। ਉਹਨਾਂ ਕਿਹਾ ਸੀ ਜਿਹੜਾ ਲਾਇਸੈਂਸੀ ਹਥਿਆਰ ਹੈ ਇਹ ਆਤਮ ਰੱਖਿਆ ਦੇ ਲਈ ਹੈ, ਇਹ ਸ਼ੋਸ਼ੇਬਾਜ਼ੀ ਲਈ ਨਹੀਂ ਹੈ, ਦਿਖਾਵੇਬਾਜ਼ੀ ਲਈ ਨਹੀਂ। ਸੋ ਇਹ ਕਲੀਅਰ ਆ ਕਿ ਸਾਡੇ ਕਾਨੂੰਨ ਦੇ ਵਿੱਚ ਜੇ ਲਾਇਸੈਂਸ ਬਣਾਏ ਜਾਂਦੇ ਆ ਤੇ ਆਤਮ ਰੱਖਿਆ ਦੇ ਲਈ ਹੀ ਬਣਾਏ ਜਾਂਦੇ ਆ। ਦੂਸਰੀ ਗੱਲ, ਅਸੀਂ ਇਹਨੂੰ ਫਿਰਕੂ ਭਾਵਨਾ ਨਾਲ ਨਾ ਵੀ ਵੇਖੀਏ, ਜਿਸ ਤਰ੍ਹਾਂ ਦੇ ਸੰਸਾਰ ਪੱਧਰ ਤੇ ਕਿਉਂਕਿ ਆਰਥਿਕ ਅਸਮਾਨਤਾ ਜ਼ਿਆਦਾ ਵੱਧ ਰਹੀ ਆ, ਜਿਹੜੇ ਰੰਗ ਨਸਲ ਦੇ ਭੇਦ ਵੱਧ ਰਹੇ ਆ, ਧਰਮ ਤੇ ਜਿਹੜਾ ਫਿਰਕਾ ਪ੍ਰਸਤੀ ਇੱਕ ਸਾਈਡ ਤੇ ਵੀ ਰੱਖ ਲਓ,
ਕੁੜੱਤਣ ਜਿਹੜਾ ਉਹ ਜ਼ਿਆਦਾ ਵੱਧ ਰਹੀ ਹੈ ਵਿਸ਼ਵ ਦੇ ਵਿੱਚ। ਸੋ ਇਸ ਕਰਕੇ ਇਹੋ ਜਿਹੇ ਹਾਲਾਤਾਂ ਦੇ ਮੱਦੇਨਜ਼ਰ ਜੇ ਅੱਜ ਅਜੋਕੇ ਪੰਜਾਬ ਦੇ ਵਿੱਚ ਰੋਜ਼ ਤੁਸੀਂ ਦੇਖੋ 2-3 ਥਾਵਾਂ ਤੇ ਕਤਲੋਗਰਦ ਹੁੰਦੀ ਆ, ਜੇਕਰ ਗਨ ਤੋਂ ਬਗੈਰ ਵੀ ਆ ਤੇ ਕੱਲ ਪਰਸੋਂ ਵੀ ਮੇਰੇ ਖਿਆਲ ਆ ਮੋਗੇ ਦੇ ਵਿੱਚ ਕਿਰਪਾਨਾਂ ਦੇ ਨਾਲ ਸ਼ਰੇ ਬਾਜ਼ਾਰ ਬੰਦਾ ਵੜ ਦਿੱਤਾ। ਜੇਕਰ ਕਿਸੇ ਬੰਦੇ ਕੋਲ ਆਪਣਾ ਲਾਇਸੈਂਸੀ ਹਥਿਆਰ ਹੋਵੇ ਤਾਂ ਉਹ ਆਤਮ ਰੱਖਿਆ ਤੇ ਕਰ ਸਕਦਾ। ਦੂਸਰੀ ਗੱਲ ਇਹ ਆ ਕਿ ਜੇ ਅਸੀਂ ਕਹਿੰਦੇ ਆ ਕਿ ਇਹਦੇ ਨਾਲ ਵਾਇਲੈਂਸ ਵੱਧਦੀ ਆ, ਤੁਸੀਂ ਡਾਟਾ ਕੱਢ ਕੇ ਵੇਖ ਲਓ ਕਿ ਜਿਹੜੇ ਲਾਇਸੈਂਸੀ ਵੈਪਨਸ ਆ ਉਹਨਾਂ ਦੇ ਨਾਲ ਕਿੰਨਾ ਕੁ ਕ੍ਰਾਈਮ ਵਧਿਆ। ਜਥੇਦਾਰ ਸਾਹਿਬ ਨੇ ਪਹਿਲਾਂ ਵੀ ਬਿਆਨ ਦਿੱਤਾ ਸੀ, ਉਦੋਂ ਵੀ ਬੜਾ ਹੋ ਹੱਲਾ ਮਚਾਇਆ ਗਿਆ। ਉਹਨਾਂ ਨੇ ਕਿਤੇ ਵੀ ਵਾਇਲੈਂਸ ਦੀ ਗੱਲ ਨਹੀਂ ਕੀਤੀ, ਕਿਤੇ ਵੀ ਕਾਨੂੰਨ ਦੇ ਬਾਹਰ ਜਾਣ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਲਾਇਸੈਂਸੀ ਹਥਿਆਰ ਕਿਹਾ ਸੀ। ਅੱਜ ਵੀ ਜੇ ਕਿਹਾ ਸੀ ਕਿ ਅਸੀਂ ਜਿਹੜੀ ਉਹਦੀ ਸਿਖਲਾਈ ਸ਼ਰੇਆਮ ਦੇਵਾਂਗੇ, ਉਹਦਾ ਕਹਿਣ ਦਾ ਇਹੀ ਭਾਵ ਸੀ ਅਸੀਂ ਲੁਕ ਛਿਪ ਕੇ ਨਹੀਂ, ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਦੇਵਾਂਗੇ, ਕਾਨੂੰਨੀ ਤਰੀਕੇ ਨਾਲ ਦੇਵਾਂਗੇ। ਦੂਸਰੀ ਗੱਲ ਇਹ ਵੀ ਹੈ ਕਿ ਜੇ ਅਸੀਂ ਗੱਲ ਲੁਕ ਛਿਪਕੇ ਦਾ ਇਸ਼ਾਰਾ ਕਿਧਰੇ ਹੋਰ ਤਾਂ ਨਹੀਂ ਉਹਨਾਂ ਨੇ ਕੀਤਾ ਕਿ ਕੁਝ ਅਜਿਹੀਆਂ ਸੰਸਥਾਵਾਂ ਵੀ ਨੇ ਜੋ ਲੁਕ ਛਿਪਕੇ ਹਥਿਆਰਾਂ ਦੀ ਪਤਾ ਹੀ ਹੈ ਜੀ, ਪਤਾ ਹੀ ਹੈ ਜਿਵੇਂ ਜਿਸ ਤਰੀਕੇ ਨਾਲ ਚੱਲ ਰਿਹਾ ਦੇਸ਼ ਦੇ ਵਿੱਚ ਸਭ ਨੂੰ ਪਤਾ ਹੀ ਹੈ। ਪਰ ਅਸੀਂ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਨਹੀਂ ਦੇਵਾਂਗੇ, ਕਾਨੂੰਨੀ ਤਰੀਕੇ ਦੇ ਨਾਲ ਦੇਵਾਂਗੇ। ਜੇ ਨਿਸ਼ਾਨੇਬਾਜ਼ੀ ਨੂੰ ਇੱਕ ਖੇਡ ਦੇ ਵਿੱਚ ਰੱਖਿਆ ਗਿਆ ਤਾਂ ਉਹ ਇੱਕ ਲਾ ਕਾਨੂੰਨੀ ਨਹੀਂ ਹੈਗੀ, ਕਾਨੂੰਨ ਤੋਂ ਬਾਹਰ ਨਹੀਂ ਹੈਗਾ। ਜੇ ਜਥੇਦਾਰ ਸਾਹਿਬ ਨੇ ਕਹਿਤਾ ਕਿ ਅਸੀਂ ਜਿਹੜੇ ਨਿਸ਼ਾਨੇਬਾਜ਼ੀ ਦੇ ਕੇਂਦਰ ਬਣਾਵਾਂਗੇ, ਸ਼ੂਟਿੰਗ ਰੇਂਜ ਬਣਾਵਾਂਗੇ, ਤਾਂ ਉਹਦੇ ਵਿੱਚ ਤੁਸੀਂ ਯਕੀਨਨ ਤੌਰ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਉਹ ਬਿਆਨ ਸੁਣਿਆ ਹੋਣਾ ਜਿਸ ਦੇ ਵਿੱਚ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਸਰਬੱਤ ਦੇ ਭਲੇ ਦੀ ਕਾਮਨਾ ਕਰੋ, ਤੁਸੀਂ ਸਿੱਖਿਆ ਦੀ ਗੱਲ ਕਰੋ, ਤੁਸੀਂ ਚੰਗੀ ਸਿਹਤ ਦੀ ਗੱਲ ਕਰੋ, ਤੁਸੀਂ ਸ਼ਸਤਰਾਂ ਦੀ ਜਾਂ ਹਥਿਆਰਾਂ ਦੀ ਗੱਲ ਕਿਉਂ ਕਰਦੇ ਹੋ? ਦੇਖੋ ਹਰਪ੍ਰੀਤ ਜੀ, ਜਿਹੜੀ ਗੱਲ ਵਾਰ-ਵਾਰ ਕਹਿ ਦਿੱਤੀ ਜਾਂਦੀ ਹੈ ਕਿ ਤੁਸੀਂ ਇਕੱਲੇ ਸ਼ਸਤਰਾਂ ਦੀ ਗੱਲ ਕਰਦੇ ਹੋ, ਤੁਸੀਂ ਕਿਤਾਬ ਦੀ ਗੱਲ ਕਰੋ, ਐਜੂਕੇਸ਼ਨ ਦੀ ਗੱਲ ਕਰੋ। ਮੈਂ ਇੱਥੇ ਗੱਲ ਸਪਸ਼ਟ ਕਰਦਾ ਕਿ ਸਿੱਖ ਧਰਮ ਦੇ ਵਿੱਚ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਸੁਮੇਲ ਆ। ਕਿਸੇ ਵਿਦਵਾਨ ਨੇ ਬੜੀ ਵਧੀਆ ਗੱਲ ਕਹੀ, ਉਹਨੂੰ ਕਿਸੇ ਵਿਦਵਾਨ ਨੂੰ ਕਿਸੇ ਨੇ ਪੁੱਛਿਆ ਵੀ ਗਿਆਨ ਕੀ ਹੈ? ਉਹ ਕਹਿੰਦੇ ਗਿਆਨ ਉਹ ਹੈ ਜਿਹੜਾ ਕਿਲਿੰਗ ਦੇ ਮੈਦਾਨ ਦੇ ਵਿੱਚ ਅਸ਼ੋਕ ਨੂੰ ਹੋਇਆ ਤੇ ਉਹਨੇ ਕਿਹਾ ਅਹਿੰਸਾ ਪਰਮੋ ਧਰਮ। ਗਿਆਨ ਉਹ ਹੈ ਜਿਹੜਾ ਅਰਜਨ ਨੂੰ ਕੁਰਕਸ਼ੇਤਰ ਦੇ ਮੈਦਾਨ ਦੇ ਵਿੱਚ ਹੋਇਆ ਤੇ ਉਹਨੂੰ ਪਤਾ ਲੱਗਾ ਕਿ ਜੰਗ ਕਰਨਾ ਹੀ ਮੇਰਾ ਕਰਮ ਹੈ। ਸਮੇਂ ਦੇ ਸਿਰ ਆਪਣੇ ਫਰਜ਼ ਦਾ ਨਿਭਾ ਕਰਨਾ ਇਹੀ ਸਭ ਤੋਂ ਵੱਡਾ ਧਰਮ ਹੈ। ਸ਼ਸਤਰ ਤੇ ਸ਼ਾਸਤਰ ਦੋਨੇ ਜ਼ਰੂਰੀ ਨੇ। ਜੇ ਸ਼ਸਤਰ ਇਕੱਲਾ ਰਹੇਗਾ ਉਹ ਸ਼ਾਸਤਰ ਤੋਂ ਆਕੀ ਹੋਵੇਗਾ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਅਜੋਕੇ ਗੀਤਾਂ ਦੇ ਵਿੱਚ ਜਿਸ ਤਰ੍ਹਾਂ ਦੀ ਫਲਸਫੇ ਤੋਂ ਵਿਹੂਣੇ ਹਥਿਆਰਾਂ ਦੀ ਗੱਲ ਕੀਤੀ ਤੇ ਉਹ ਹਿੰਸਾ ਹੀ ਪੈਦਾ ਕਰਨਗੇ, ਕਤਲੋਗਰਦ ਪੈਦਾ ਕਰਨਗੇ। ਜਦੋਂ ਫਲਸਫੇ ਦੇ ਅਧੀਨ ਆਊਗਾ ਤਾਂ ਉਹ ਸ਼ਾਸਤਰ ਜਿਹੜਾ ਉੱਠੇਗਾ ਉਹ ਕਿਸੇ ਮਜ਼ਲੂਮ ਦੀ ਰੱਖਿਆ ਦੇ ਲਈ, ਦੇਸ਼ ਕੌਮ ਧਰਮ ਦੀ ਰੱਖਿਆ ਦੇ ਲਈ ਉੱਠੇਗਾ। ਇੱਕ ਹੋਰ ਨੁਕਤਾ ਮੈਂ ਬੜਾ ਸਾਂਝਾ ਕਰਾਂਗਾ ਹਰਪ੍ਰੀਤ ਜੀ। ਅਕਸਰ ਕਹਿ ਦਿੱਤਾ ਜਾਂਦਾ ਕਿ ਪੰਜਾਬ ਦੇ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਸ਼ਸਤਰ ਦੀ ਗੱਲ ਤੁਰਦੀ ਹੈ, ਵੀਰ ਰਸ ਦੀ ਗੱਲ ਤੁਰਦੀ, ਕਹਿ ਦਿੱਤਾ ਜਾਂਦਾ ਕਿ ਤੁਸੀਂ ਇਹ ਸਮਾਂ ਵਿਹਾ ਚੁੱਕੀਆਂ ਗੱਲਾਂ, ਤੁਸੀਂ ਕਿਤਾਬ ਦੀ ਗੱਲ ਕਰੋ। ਥੋੜੇ ਸਮੇਂ ਪਹਿਲਾਂ ਦੀ ਗੱਲ ਕਰ ਲਓ, 2-3 ਮਹੀਨੇ ਪਹਿਲਾਂ ਹੀ ਜਿਹੜਾ ਰਸ਼ੀਆ ਦੇ ਤੇ ਇਜ਼ਰਾਈਲ ਯੂਕਰੇਨ ਦੇ ਵਿੱਚ ਚੱਲ ਰਿਹਾ, ਉਹ ਸਮਾਂ ਆ ਗਿਆ ਯੂਕਰੇਨ ਨੂੰ ਕਹਿਣਾ ਪਿਆ ਆਪਣੇ ਆਮ ਨਾਗਰਿਕਾਂ ਨੂੰ ਕਿ ਤੁਸੀਂ ਹਥਿਆਰ ਚੱਕੋ। ਰੱਬ ਨਾ ਕਰੇ, ਖੁਦਾ ਨਾ ਖਾਸਤਾ, ਸਾਡਾ ਪੰਜਾਬ ਸ਼ੁਰੂ ਤੋਂ ਹੀ ਭਾਰਤ ਦਾ, ਹਿੰਦੁਸਤਾਨ ਦੀ ਖੜਗ ਪੁਜਾਰਿਆ। ਜਦੋਂ ਵੀ ਵਿਦੇਸ਼ੀ ਜਰਵਾਣੇ ਆਏ ਆ ਤੇ ਪੰਜਾਬੀਆਂ ਨੇ ਉਹਨਾਂ ਦਾ ਮੂੰਹ ਮੋੜਿਆ। ਜੇਕਰ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਖਸਲਤ ਨੂੰ ਬਦਲ ਦੇਵਾਂਗੇ, ਸ਼ਸਤਰਾਂ ਨਾਲ ਸਾਡਾ ਪ੍ਰੇਮ ਕਿਉਂ ਆ? ਕਿਉਂਕਿ ਸਾਡੇ ਵੱਡ ਵਡੇਰੇ ਸ਼ੁਰੂ ਤੋਂ ਹੀ ਖੂਨ ਦੇ ਵਿੱਚ ਹੀ ਆ ਕਿ ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਦੇ ਰਹੇ ਵਿਦੇਸ਼ੀ ਜਰਵਾਣਿਆਂ ਤੋਂ। ਜੇ ਤੁਸੀਂ ਖਸਲਤ ਬਦਲ ਦਿੱਤੀ, ਕਿਤਾਬਾਂ 'ਚ ਪਾਤਾ, ਖੁਦਾ ਨਾ ਖਾਸਤਾ ਕੋਈ ਸਮਾਂ ਇਹੋ ਜਿਹਾ ਆਵੇ ਕਿ ਪੰਜਾਬ ਦੇ ਲੋਕ ਸਰਹੱਦ ਤੇ ਬੈਠੇ ਆ, ਦੇਸ਼ ਨੂੰ ਕਹਿਣਾ ਪਵੇ ਕਿ ਪੰਜਾਬੀਓ ਤੁਸੀਂ ਆਪਣੇ ਦੇਸ਼ ਦੀ ਜਿਹੜੀ ਆਨ ਬਾਣ ਤੇ ਸ਼ਾਨ ਦੇ ਲਈ ਹਥਿਆਰ ਚੱਕੋ। ਤੇ ਜਦੋਂ ਅਸੀਂ ਹਥਿਆਰ ਨੂੰ ਵਰਤਣਾ, ਚਲਾਉਣਾ ਹੀ ਭੁੱਲ ਗਏ ਤੇ ਅਸੀਂ ਕਿਵੇਂ ਦੇਸ਼ ਦੀ ਰੱਖਿਆ ਕਰਾਂਗੇ, ਅਖੰਡਤਾ ਨੂੰ ਕਿਵੇਂ ਬਚਾਵਾਂਗੇ? ਸੋ ਮੈਨੂੰ ਲੱਗਦਾ ਕਿ ਫਲਸਫੇ ਦੇ ਅਧੀਨ ਸ਼ਸਤਰ ਦੀ ਗੱਲ ਕਰਨਾ ਕੋਈ ਨਾ ਤੇ ਲਾ ਕਾਨੂੰਨੀ ਹੈ, ਨਾ ਹੀ ਧਰਮ ਤੋਂ ਬਾਹਰ। ਹਾਂ, ਜਿੱਥੇ ਹਥਿਆਰ ਦੀ ਗੱਲ ਫਲਸਫੇ ਤੋਂ ਵਿਹੂਣੀ ਗੱਲ ਕੀਤੀ ਜਾਂਦੀ, ਹਉਮੈ ਦੇ ਲਈ ਕੀਤੀ ਜਾਂਦੀ, ਆਪਣੇ ਸਟੇਟਸ ਸਿੰਬਲ ਦੇ ਲਈ ਕੀਤੀ ਜਾਂਦੀ ਆ, ਜਾਂ ਕਿਸੇ ਕਬੀਲੇ ਦੇ ਲਈ ਕੀਤੀ ਜਾਂਦੀ ਆ, ਉਹਦੀ ਹਉਮੈ ਦੇ ਪ੍ਰਗਟਾਵੇ ਦੇ ਲਈ, ਤਾਂ ਉਹ ਗਲਤ ਹੈ। ਫਲਸਫੇ ਦੇ ਅਧੀਨ ਹੋਣੀ ਚਾਹੀਦੀ, ਉਹ ਦੇਸ਼ ਦੇ ਤੇ ਕੌਮ ਦੇ ਲਈ, ਦੋਨਾਂ ਦੇ ਹਿੱਤ ਵਿੱਚ। ਚਲੋ, ਆਪਣੇ ਕੋਲ ਸਮਾਂ ਘੱਟ ਹੈ। ਇੰਦਰਪਾਲ ਸਿੰਘ ਜੀ, ਇੱਕ ਆਖਰੀ ਸਵਾਲ ਜ਼ਰੂਰ ਪੁੱਛਾਂਗਾ। ਬੜੇ ਸਾਰੇ ਲੋਕ ਕਹਿੰਦੇ ਨੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਸ ਦਾ ਮਿਸਯੂਜ਼ ਵੀ ਹੋਏਗਾ? ਕੱਲ ਨੂੰ ਕਿਸੇ ਨੇ ਕੋਈ ਸ਼ਸਤਰ ਦਾ ਕੁਝ ਗਲਤ ਇਸਤੇਮਾਲ ਕਰ ਲਿਆ, ਜਾਂ ਸ਼ਸਤਰ ਉਹਦੇ ਕੋਲ ਕੋਈ ਹਥਿਆਰ ਫੜਿਆ ਗਿਆ, ਉਹ ਤਾਂ ਕਹੇਗਾ ਕਿ ਮੈਨੂੰ ਤਾਂ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਰੱਖਣਾ, ਇਸ ਕਰਕੇ ਮੈਂ ਰੱਖ ਲਿਆ। ਇਹ ਤਾਂ ਟੁਚਰਾ ਜੀ ਹਰਪ੍ਰੀਤ ਜੀ, ਉਹ ਇਹ ਹਾਲੇ ਕਿਹੜਾ ਨਹੀਂ ਹੋ ਰਿਹਾ, ਹਾਲੇ ਵੀ ਤਾਂ ਹੋ ਹੀ ਰਿਹਾ ਸਭ ਕੁਝ। ਇਹ ਤਾਂ ਤੁਸੀਂ ਹੁਣ ਵੀ ਨਹੀਂ ਰੋਕ ਸਕਦੇ।
ਸਿੰਘ ਸਾਹਿਬ ਨੇ ਤਾਂ ਲਾਇਸੈਂਸੀ ਹਥਿਆਰ ਦੀ ਗੱਲ ਕੀਤੀ ਤੇ ਲਾਇਸੈਂਸ ਸਰਕਾਰ ਨੇ ਦੇਣਾ, ਪੂਰੀ ਵੈਰੀਫਿਕੇਸ਼ਨ ਕਰਕੇ, ਪੂਰੀ ਦੇਖ ਕੇ ਕਿ ਬੰਦਾ ਯੋਗ ਹੈ। ਵੀ ਦੇਣਾ ਕਿ ਨਹੀਂ ਦੇਣਾ। ਜਿੱਥੋਂ ਤੱਕ ਅੱਜ ਸਿੰਘ ਸਾਹਿਬ ਨੇ ਜਿਹੜੀ ਸ਼ੂਟਿੰਗ ਰੇਂਜਾਂ ਦੀ ਗੱਲ ਕੀਤੀ, ਉਹ ਤਾਂ ਪਹਿਲਾਂ ਹੀ ਸਾਡੇ ਕਾਲਜਾਂ ਸਕੂਲਾਂ 'ਚ ਹੈ। ਐਨਸੀਸੀ ਦਾ ਮੈਂ ਖੁਦ ਕੈਡਟ ਰਿਹਾ, ਅਸੀਂ ਸਰਟੀਫਿਕੇਟ ਲਿਆ ਤੇ ਸਾਨੂੰ ਉੱਥੇ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ, ਅੱਜ ਵੀ ਅਸੀਂ ਕਾਲਜਾਂ ਸਕੂਲਾਂ 'ਚ ਦੇ ਰਹੇ ਹਾਂ। ਐਨਸੀਸੀ ਦੇ ਸਾਡੇ ਤੁਹਾਨੂੰ ਨਹੀਂ, ਮਤਲਬ ਇਹ ਬਿਆਨ ਦੇ ਵਿੱਚ ਤੁਹਾਨੂੰ ਕਿਤੇ ਵੀ ਇਹ ਮੈਨੂੰ ਝਲਕ ਤਾਂ ਕੋਈ ਲੱਗਦੀ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਮਾਹੌਲ ਤੁਸੀਂ ਖਰਾਬ ਹੋ ਪੰਜਾਬ ਸਕਦਾ। ਦੇ ਨੌਜਵਾਨ ਨੂੰ ਅੱਜ ਯੂਕਰੇਨ ਇੱਕ ਦੁਨੀਆ ਦੀ ਪਾਵਰ ਦੇ ਨਾਲ ਕੱਲਾ ਛੋਟਾ ਜਿਹਾ ਮੁਲਕ ਲੜ ਰਿਹਾ ਹੈ, ਉਹਦੇ ਨਾਗਰਿਕ ਖੜੇ ਹੋ ਗਏ ਉਹਦੇ ਨਾਲ, ਫੌਜ ਦੇ ਨਾਲ, ਉਹ ਉੱਥੋਂ ਦੀਆਂ ਔਰਤਾਂ, ਉੱਥੋਂ ਦੇ ਬੱਚੇ, ਉੱਥੋਂ ਦੇ ਨੌਜਵਾਨ ਬਜ਼ੁਰਗ ਸਾਰੇ ਖੜੇ ਹੋ ਗਏ ਆਪਣੀ ਫੌਜ ਦੇ ਨਾਲ। ਅੱਜ 3 ਮਹੀਨੇ ਹੋ ਚੱਲੇ ਕਿ ਉਹ ਕਦੇ ਰਸ਼ੀਆ ਨੇ ਸੋਚਿਆ ਵੀ ਨਾ ਹੋਣਾ, ਕੋਈ ਸੋਚਿਆ ਵੀ ਨਹੀਂ ਹੋਣਾ। ਉਹ ਤਾਂ ਕਹਿੰਦਾ ਸੀ 2 ਦਿਨ ਦਾ ਕੰਮ ਹੈ ਤੇ ਮੈਂ ਕਬਜ਼ਾ ਕਰ ਲੈਣਾ। ਮਤਲਬ ਇਹ ਜਿਹੜੀ ਹਥਿਆਰਾਂ ਦੀ ਟ੍ਰੇਨਿੰਗ ਹੈ, ਇਹ ਅਸੀਂ ਅੱਜ ਵੀ ਦਿੱਤੀ ਜਾ ਰਹੀ ਹੈ ਸਕੂਲਾਂ ਕਾਲਜਾਂ 'ਚ। ਇਹ ਅੱਜ ਵੀ ਐਨਸੀਸੀ ਦੇ ਰੂਪ ਦੇ ਵਿੱਚ, ਜਾਂ ਸਾਡੀ ਸਿਵਲ ਡਿਫੈਂਸ ਦੇ ਰੂਪ ਦੇ ਵਿੱਚ, ਜਾਂ ਹੋਮ ਗਾਰਡ ਦੇ ਰੂਪ ਵਿੱਚ, ਜਾਂ ਟੈਰੀਟੋਰੀਅਲ ਆਰਮੀ ਜਿਹਨੂੰ ਅਸੀਂ ਕਹਿੰਦੇ ਆ, ਆਪਣੀ ਸਿਵਲੀਅਨ ਫੋਰਸ ਹੁੰਦੀ ਹੈ, ਉਹ ਵੀ ਨਾਗਰਿਕਾਂ ਨੂੰ ਹੀ ਦਿੱਤੀ ਜਾਂਦੀ ਹੈ, ਸਿਵਲੀਅਨਸ ਨੂੰ ਦਿੱਤੀ ਜਾਂਦੀ ਹੈ। ਵਿਵਾਦ ਖੜਾ ਕੀਤਾ ਜਾ ਰਿਹਾ, ਕਿਉਂਕਿ ਇਹ ਗੱਲ ਕੋਈ ਹੋਰ ਕਹਿੰਦਾ ਤੇ ਸ਼ਾਇਦ ਵਿਵਾਦ ਨਾ ਹੁੰਦਾ, ਕਿਉਂਕਿ ਸਿੱਖਾਂ ਵੱਲੋਂ ਕਹੀ ਜਾ ਰਹੀ ਹੈ, ਸਿੱਖ ਪੰਥ ਦੀ ਸੁਪਰੀਮ ਅਥਾਰਟੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹ ਕਹਿ ਰਹੇ ਆ ਇਹਦੇ ਤੇ ਵਿਵਾਦ ਖੜਾ ਕਰਨਾ। ਉਹ ਹਰ ਬੰਦਾ ਸੋਚਦਾ ਵੀ ਸ਼ਾਇਦ ਇਹ ਸਾਡਾ ਪਤਾ ਨਹੀਂ, ਇਹ ਵੀ ਕਰਤੱਵ ਹੈ ਵੀ ਇਹਦੇ ਤੇ ਵਿਵਾਦ ਖੜੇ ਕਰਨਾ ਹੈ। ਕੋਈ ਵਿਵਾਦ ਵਾਲੀ ਗੱਲ ਉਹਨਾਂ ਨੇ ਕੋਈ ਨਹੀਂ ਕੀਤੀ। ਉਹਨਾਂ ਨੇ ਕੋਈ ਰੂਟੀਨ, ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਸਿੰਘ ਸਾਹਿਬ ਦੇ ਸੰਦੇਸ਼ ਨੂੰ ਸਮਝਣ ਲਈ ਔਰ ਦਿਨ ਵੀ ਉਹਨਾਂ ਨੇ ਉਹ ਸੰਦਰਭ ਦੇਖਣਾ ਚਾਹੀਦਾ ਵੀ ਕਿਸ ਸੰਦਰਭ 'ਚ ਕੀਤਾ, ਉਹਨਾਂ ਨੇ ਕਿਸ ਓਕੇਜ਼ਨ ਤੇ ਗੱਲ ਕਹੀ, ਕਿਸ ਕੰਟੈਸਟ ਵਿੱਚ ਗੱਲ ਕਹੀ, ਇਹ ਚੀਜ਼ ਨੂੰ ਜ਼ਰੂਰ ਧਿਆਨ 'ਚ ਰੱਖਣਾ। ਚਲੋ ਠੀਕ ਹੈ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕਿਉਂਕਿ ਮੇਰੇ ਕੋਲ 30 ਸੈਕਿੰਡ ਹੀ। ਹਾਂਜੀ, ਮੈਂ ਇਹ ਗੱਲ ਕਹਿਣਾ ਚਾਹੁੰਦਾ ਸੀ, ਤੁਸੀਂ ਜਿਵੇਂ ਚੱਡਾ ਸਾਹਿਬ ਨੂੰ 2 ਵਾਰ ਪੁੱਛਿਆ ਕਿ ਉਸ ਹਥਿਆਰ ਦੀ ਦੁਰਵਰਤੋਂ ਵੀ ਹੋਏਗੀ। ਸਾਡੀ ਕਿਰਪਾਨ 5 ਕਕਾਰ ਜਿਹੜੇ ਕਾਨੂੰਨੀ ਤੌਰ ਤੇ ਵਿਸ਼ਵ ਪੱਧਰ ਤੇ ਉਹਨਾਂ ਨੂੰ ਮਾਨਤਾ ਹੈ। ਤੁਸੀਂ ਅੱਜ ਤੱਕ ਵੇਖੋ 3 ਫੁੱਟੀ ਕਿਰਪਾਨ ਵੀ ਆਪਣੇ ਸਿੰਘ ਪਹਿਨਦੇ ਆ, ਕਿੰਨੇ ਕੁ ਉਹਦੇ ਨਾਲ ਕ੍ਰਾਈਮ ਰੇਟ ਕਿੰਨਾ ਕੁ ਹੈ? 3 ਫੁੱਟੀ ਕਿਰਪਾਨ ਦੇ ਨਾਲ ਕਿੰਨੇ ਕੁ ਸਿੰਘਾਂ ਨੇ ਕਿਸੇ ਮਜਲੂਮ ਨੂੰ, ਕਿਸੇ ਨੇ ਹੱਥੇ ਨੂੰ ਮਾਰਿਆ, ਕਿਸੇ ਦੀ ਲੁੱਟ ਮਾਰ ਕਰਨ ਲਈ, ਕਿਸੇ ਅਬਲਾ ਦੀ ਬੇਪਤੀ ਕਰਨ ਲਈ ਮਾਰਿਆ। ਜਾਂ ਦੂਜੀ ਕਿਰਪਾਨ ਵੀ ਅਸੀਂ ਪਾਉਂਦੇ, ਕੋਈ ਸਿੰਘ 6 ਇੰਚ ਦੀ ਪਾਉਂਦਾ, ਕੋਈ 1 ਫੁੱਟ ਦੀ ਪਾਉਂਦਾ। ਇਹ ਗੱਲਾਂ ਜਿਹੜੀਆਂ ਬੇਬੁਨਿਆਦ ਨੇ, ਕਿਉਂਕਿ ਜਦੋਂ ਫਲਸਫੇ ਦੇ ਅਧੀਨ ਸਾਡੇ ਕੋਲ ਸ਼ਸਤਰ ਹੋਊਗਾ, ਉਹ ਸ਼ਸਤਰ ਸਾਨੂੰ ਆਪਣੇ ਫਰਜ਼ ਦਾ ਅਹਿਸਾਸ ਕਰਾਊਗਾ ਕਿ ਇਹ ਸ਼ਸਤਰ ਕਿੱਥੇ ਕੱਢਣਾ, ਕਿੱਥੇ ਨਹੀਂ ਕੱਢਣਾ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਰਹੀ। ਔਰ ਇਦਾਂ ਦੀ ਇਹ ਵਿਚਾਰ ਚਰਚਾਵਾਂ ਅਸੀਂ ਲੈ ਕੇ ਆਉਂਦੇ ਰਵਾਂਗੇ, ਕਿਉਂਕਿ ਮੌਜੂਦਾ ਸਮਾਜ ਦੇ ਵਿੱਚ ਜਿਹੜਾ ਕੁਝ ਵੀ ਉਤਪੰਨ ਹੁੰਦਾ ਉਹਦੇ ਪ੍ਰਤੀ ਕਈ ਤਰ੍ਹਾਂ ਦੇ ਕਿੰਤੂ ਪਰੰਤੂ, ਸਵਾਲ, ਅਫਵਾਹਾਂ, ਇਹ ਸਾਰਾ ਕੁਝ ਹੁੰਦਾ, ਉਸ ਨੂੰ ਦੂਰ ਕਰਨ ਦਾ ਅਸੀਂ ਯਤਨ ਜ਼ਰੂਰ ਕਰਦੇ ਹਾਂ। ਅੱਜ 2 ਚੀਜ਼ਾਂ ਜਿਹੜੀਆਂ ਮੁੱਖ ਤੌਰ ਤੇ ਸਾਹਮਣੇ ਆਈਆਂ ਕਿ ਜਿਹੜਾ ਸਾਕਾ ਨੀਲਾ ਤਾਰਾ ਦੇ ਦੌਰਾਨ ਜਿਹੜੀ 38ਵੀਂ ਬਰਸੀ ਸੀ ਮਨਾ ਰਹੇ ਹਾਂ, ਉਦੋਂ ਸਿੰਘ ਸਾਹਿਬ ਨੇ ਕੌਮ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਮਾਲੀ ਤੌਰ ਤੇ ਵੀ ਸਾਨੂੰ ਪਰਪੱਕ ਹੋਣਾ ਪਏਗਾ। ਇੱਕ ਯਹੂਦੀਆਂ ਦੀ ਉਹਨਾਂ ਨੇ ਉਦਾਹਰਨ ਦਿੱਤੀ ਕਿ ਜਿਵੇਂ ਪੂਰੀ ਦੁਨੀਆ ਦੇ ਵਿੱਚ ਯਹੂਦੀਆਂ ਦੀ ਗਿਣਤੀ ਬੜੀ ਥੋੜੀ ਹੈ, ਪਰ ਆਰਥਿਕ ਤੌਰ ਤੇ ਉਹ ਇੰਨੇ ਕੁ ਮਜ਼ਬੂਤ ਨੇ ਕਿ ਕੋਈ ਵੀ ਮੁਲਕ ਹੈ ਜਿਹੜਾ ਉਹਨਾਂ ਦੇ ਖਿਲਾਫ ਕੁਝ ਜ਼ਿਆਦਾ ਗੱਲ ਕਰ ਨਹੀਂ ਸਕਦਾ। ਦੂਜੇ ਪਾਸੇ ਉਹਨਾਂ ਨੇ ਸ਼ਸਤਰਾਂ ਦੀ ਗੱਲ ਕੀਤੀ ਕਿ ਲਾਇਸੈਂਸੀ ਹਥਿਆਰ ਰੱਖਣੇ ਬੜੇ ਜ਼ਰੂਰੀ ਨੇ ਅੱਜ ਦੀ ਜ਼ਰੂਰਤ ਨੂੰ ਵੇਖਦੇ ਹੋਏ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।